ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਨੇ, ਇਹ ਵਰਤਾਰਾ ਜਿਹੜਾ ਗੰਭੀਰ ਬਣਦਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗ੍ਹਾ ਤੇ ਜਿੰਨੀਆਂ ਬੇਅਦਬੀਆਂ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਸਿਰਫ ਇੱਕ ਬਿਆਨਬਾਜ਼ੀ ਕਰ ਦਿੰਦੀ ਆ, ਬੜੀ ਨਿੰਦਾਯੋਗ ਹੈ, ਮੰਦਭਾਗੀ ਘਟਨਾ ਇਹ ਕੀਤਾ, ਪਰ ਉਹਦੇ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਉਹ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਉਹ ਮੈਂਟਲੀ ਹਰਾਸ ਹੈ, ਉਹ ਪਾਗਲ ਹੈ, ਉਹ ਅਪਸੈਟ ਸੀ, ਪਰ ਦੂਜੇ ਪਾਸੇ ਉਹਦੇ ਘਰਦਿਆਂ ਦੀ ਬਿਆਨਬਾਜ਼ੀ ਆਉਂਦੀ ਹੈ ਕਿ ਸਾਡਾ ਮੁੰਡਾ ਚੰਡੀਗੜ੍ਹ ਦੇ ਵਿੱਚ ਨੌਕਰੀ ਕਰਦਾ ਹੈ। ਹਰੇਕ ਮੈਂਟਲੀ ਅਪਸੈਟ ਬੰਦਾ ਗੁਰਦੁਆਰਿਆਂ ਦੇ ਵਿੱਚ ਹੀ ਆ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਕਿਉਂ ਦਿੰਦਾ ਹੈ? ਸਤਿ ਸ਼੍ਰੀ ਅਕਾਲ, ਸਾਂਝੀ ਸੋਚ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਨਿਤਿਕਾ ਲੈ ਕੇ ਹਾਜ਼ਰ ਹਾਂ ਅੱਜ ਫੇਰ ਇੱਕ ਖਾਸ ਗੱਲਬਾਤ, ਖਾਸ ਡਿਸਕਸ਼ਨ ਮੇਰੇ ਸਹਿਯੋਗੀ ਕਮਲਪਾਲ ਸਿੰਘ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਮੈਮ, ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ। ਸੋ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਗੱਲਬਾਤ ਹੋਵੇਗੀ ਬੇਅਦਬੀਆਂ ਦੀ, ਕਿ ਕਿਸ ਤਰੀਕੇ ਦੇ ਨਾਲ, ਜਿਵੇਂ ਆਪਾਂ ਦੇਖ ਰਹੇ ਹਾਂ ਕਮਲਪਾਲ ਸਿੰਘ ਜੀ, ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਨੇ, ਇਹ ਵਰਤਾਰਾ ਜਿਹੜਾ ਗੰਭੀਰ ਬਣਦਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ? ਨਿਤਿਕਾ ਜੀ, ਇੱਥੇ ਹੁਣ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜੀਆਂ ਨੇ ਉਹ ਵਾਪਰਦੀਆਂ ਜਾ ਰਹੀਆਂ ਨੇ। ਮੈਂ ਇੱਥੇ ਪਹਿਲ ਗੱਲ ਸ਼ੁਰੂ ਕਰਦੇ ਹਾਂ ਕਿ ਜੇ ਆਪਾਂ ਹਾਲ ਹੀ ਦੇ ਵਿੱਚ ਵੇਖ ਲੈਣਾ ਤਾਂ ਪਿਛਲੇ ਬੀਤੇ 2-4 ਦਿਨਾਂ ਦੇ ਵਿੱਚ ਹੀ ਜਿਹੜੀ ਹੈ ਦੁੱਖਨਿਵਾਰਨ ਸਾਹਿਬ ਦੀ ਘਟਨਾ ਵਾਪਰੀ ਸੀ। ਬਿਲਕੁਲ, ਗੁਰਦੁਆਰਾ ਦੁੱਖਨਿਵਾਰਨ ਸਾਹਿਬ ਸ਼੍ਰੀ ਪਟਿਆਲਾ ਸਾਹਿਬ ਦੇ ਵਿਖੇ ਤੇ ਉੱਥੇ ਘਟਨਾ ਵਾਪਰੀ ਆ, ਜਿੱਥੇ ਇੱਕ ਔਰਤ ਜਿਹੜੀ ਪਵਿੱਤਰ ਸਰੋਵਰ ਦੇ ਵਿੱਚ ਪਵਿੱਤਰ ਸਰੋਵਰ ਦੇ ਕੋਲੇ ਸ਼ਰਾਬ ਦੇ ਸੇਵਨ ਕਰਦੀ ਜਿਹੜੀ ਆ ਉੱਥੇ ਫੜੀ ਗਈ, ਔਰ ਤੇ ਜਦੋਂ ਬਾਅਦ ਵਿੱਚ ਉਹਨੂੰ ਜੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਬੋਤਲ ਭੰਨ ਕੇ ਜਿਹੜੀ ਆ ਉਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਠੀਕ ਹੈ ਜੀ, ਪਰ ਬਾਅਦ ਵਿੱਚ ਉਹਦੇ ਜਦੋਂ ਪਾਇਆ ਗਿਆ ਤਾਂ ਉਹਦੇ ਦੱਸਿਆ ਗਿਆ ਵੀ ਉਹ ਮਾਨਸਿਕ ਸੰਤੁਲਨ ਤੋਂ ਸਹੀ ਨਹੀਂ ਹੈ ਤੇ ਉਹਦਾ ਜਿਹੜਾ ਅਰਬਨ ਸਟੇਟ ਦੇ ਵਿੱਚ ਆਦਰਸ਼ ਇੱਕ ਜਿਹੜਾ ਉੱਥੇ ਕੋਈ ਉਹਦੇ ਨਾਲ ਜਿਹੜਾ ਉੱਥੇ ਉਹਦਾ ਇਲਾਜ ਚੱਲਦਾ ਪਿਆ। ਤੇ ਜਦੋਂ ਉਹਦਾ ਆਧਾਰ ਕਾਰਡ ਦੀ ਗੱਲ ਕੀਤੀ, ਉਹ ਪੀਜੀ ਦੇ ਵਿੱਚ ਰਹਿੰਦੀ ਆ ਤੇ ਉਹਦੇ ਆਧਾਰ ਕਾਰਡ ਦੀ ਪੁਸ਼ਟੀ ਵੀ ਜਿਹੜੀ ਆ ਉਹ ਪ੍ਰੋਪਰ ਸਹੀ ਤਰੀਕੇ ਨਾਲ ਸਹੀ ਨਹੀਂ ਹੋ ਰਹੀ, ਐਡਰੈਸ ਵਿੱਚ ਫਰਕ ਪੈ ਰਿਹਾ ਜੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਸਾਹਮਣੇ ਦੇਖਣ ਵਾਲੀ ਹੈ। ਬੇਅਦਬੀਆਂ ਤਾਂ ਜਿਹੜੀਆਂ ਹੁਣ ਵਾਰੋ-ਵਾਰ ਵਾਪਰਦੀਆਂ ਜਾ ਰਹੀਆਂ ਨੇ ਜੀ। ਅਤੇ ਅੱਜ ਜੇ ਅਸੀਂ ਗੱਲ ਕਰੀਏ ਤਾਂ ਅੱਜ ਵਿੱਚ ਰਾਜਪੁਰਾ ਦੇ ਜਿਹੜਾ ਗੁਰਦੁਆਰਾ ਸਿੰਘ ਸਭਾ ਉਹਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਉੱਥੇ ਜਿਹੜੇ ਸ਼ਰਾਬ ਦੇ ਸੇਵਨ, ਉਸ ਤੋਂ ਪਹਿਲਾਂ ਜੇ ਗੱਲ ਕਰ ਲੈਂਦੇ ਆ ਤੇ ਜਿਹੜਾ ਅੱਜ ਘਟਨਾ ਵਾਪਰੀ ਹੈ ਤਾਂ ਉਹਦੇ ਵਿੱਚ ਇੱਕ ਜਿਹੜਾ ਸ਼ਖਸ ਹੈ, ਚੰਗਾ ਉੱਚਾ ਲੰਬਾ ਨੌਜਵਾਨ ਹੈ ਤੇ ਜਿਹੜਾ ਕਿ ਨੰਗੇ ਸਿਰ ਤੇ ਬੂਟ ਪਾ ਕੇ ਜਿਹੜਾ ਉਹ ਗੁਰੂ ਘਰ ਦੇ ਵਿੱਚ ਦਾਖਲ ਹੋਇਆ। ਸਭ ਤੋਂ ਵੱਡੀ ਗੱਲ, ਮੰਨਦਾ ਵੀ ਗੁਰੂ ਸਾਹਿਬ ਨੂੰ ਹੈ ਜੀ। ਤੇ ਉਹਦੇ ਦੌਰਾਨ ਦੇ ਵਿੱਚ ਨੰਗੇ ਸਿਰ ਦਾਖਲ ਹੋਇਆ, ਬੂਟ ਪਾ ਕੇ ਦਾਖਲ ਹੋਇਆ ਤੇ ਜਦੋਂ ਉਹਨੂੰ ਇਹ ਵੀ ਗੱਲ ਉੱਪਰ ਦੇਖਣ ਵਾਲੀ ਹੈ ਕਿ ਸੇਵਾਦਾਰਾਂ ਨੇ ਉਹਨੂੰ ਜਿਹੜਾ ਉਸ ਤੋਂ ਦੀ ਬਾਹਰ ਕੱਢ ਦਿੱਤਾ ਵੀ ਤੂੰ ਜਾ ਬਈ, ਇਹ ਗੱਲ ਜਿਹੜੀ ਗਲਤੀ ਨਾ ਕਰ। ਤੇ ਦੁਬਾਰਾ ਗਲਤੀ ਕਰਨ ਵਾਸਤੇ ਅੰਦਰ ਵੜਿਆ ਆ ਤੇ ਉੱਥੇ ਆ ਕੇ ਉਹਨੇ ਫਿਰ ਹਰਕਤ ਕੀਤੀ ਤਾਂ ਫਿਰ ਸੇਵਾਦਾਰਾਂ ਨੇ ਉਹਨੂੰ ਕੁੱਟਮਾਰ ਕੀਤੀ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਬਿਲਕੁਲ, ਉਸ ਤੋਂ ਬਾਅਦ ਥੋੜੀ ਜਿਹੀ ਪਿੱਛੇ ਚੱਲ ਪੈਂਦੇ ਆ ਮਰੰਡਾ ਦੀ ਬੇਅਦਬੀ ਕਾਂਡ ਦੇ ਉੱਤੇ, ਕਿ ਉਹਦੇ 'ਚ ਵੀ ਇੱਕ ਲੰਬਾ ਉੱਚਾ ਗੱਭਰੂ ਨੌਜਵਾਨ ਸੀ ਜਿਹੜਾ ਸਰਦਾਰ ਹੈ ਤੇ ਉਹਦੇ ਦੌਰਾਨ ਦੇ ਵਿੱਚ ਉਹਨੇ ਵੀ ਉੱਥੇ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੀ ਪੰਨਿਆਂ ਨੂੰ ਫਲੋਰਿਆ ਜਾਂ ਚੱਕ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਕਾਠੀ ਸਿੰਘਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਬਜ਼ੁਰਗ ਤੇ ਵੀ, ਲੇਡੀ ਤੇ ਵੀ ਹਮਲਾ ਕੀਤਾ ਜੀ। ਇਹ ਚੀਜ਼ਾਂ ਵੀ ਸਾਹਮਣੇ ਹੋਈਆਂ। ਹੁਣ ਜੇ ਬੇਅਦਬੀਆਂ ਘਟਨਾ ਇਹ ਜਿਹੜੀਆਂ ਵਾਪਰ ਰਹੀਆਂ ਨੇ, ਉਹਨੂੰ ਪਹਿਲਾਂ ਮੈਂ ਮਰੰਡੇ ਤੋਂ ਸ਼ੁਰੂ ਕਰ ਦਿੰਦਾ ਕਿ ਮਰੰਡੇ ਵਾਲਾ ਜਦੋਂ ਕਾਂਡ ਹੋ ਗਿਆ ਤਾਂ ਉਹਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ, ਲੋਕਾਂ ਨੇ ਕੁੱਟਮਾਰ ਵੀ ਉਹਦੀ ਕੀਤੀ ਤੇ ਉਸ ਤੋਂ ਬਾਅਦ ਉਹਨੇ ਜਦੋਂ ਬਾਅਦ ਵਿੱਚ ਪੁਲਿਸ ਤੇ ਹਮਲਾਵਰ ਹੋਣ ਦੀ ਕੋਸ਼ਿਸ਼ ਕੀਤੀ, ਉਹਨੇ ਦਰਸਾਇਆ ਕਿ ਮੈਂ ਪਾਗਲ ਹਾਂ, ਮੇਰੇ ਦਿਮਾਗ 'ਚ ਫਰਕ ਹੈ। ਜਦੋਂ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਲਿਆ ਗਿਆ ਤਾਂ ਹਵਾਲਾਤ ਦੇ ਵਿੱਚ ਉਹਨੂੰ ਥੋੜੀ ਦਿੱਕਤਾਂ ਆਈਆਂ ਨੇ, ਮੁਸ਼ਕਲਾਂ ਆਈਆਂ ਨੇ, ਸਾਹ ਲੈਣ ਦੀ ਮੁਸ਼ਕਲ ਆਈ, ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉੱਥੇ ਉਹਦੇ ਹਸਪਤਾਲ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜੀ। ਉਦੋਂ ਬਾਅਦ ਜੇ ਅਸੀਂ ਉਸ ਤੋਂ ਪਿੱਛੇ ਗੱਲ ਕਰ ਲੈਂਦੇ ਹਾਂ, ਹਰਮੰਦਰ ਸਾਹਿਬ ਦੇ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਸੀ, ਜਦੋਂ ਕਿਰਪਾਨ ਚੱਕੀ ਉਹਨਾਂ ਨੇ ਸਾਹਮਣੇ ਤਾਂ ਉੱਥੇ ਜਿਹੜੀ ਘਟਨਾ ਵਾਪਰੀ, ਉਹ ਬੰਦਾ ਤਾਂ ਉੱਥੇ ਅਰਦਾਸਾ ਸੋਧ ਦਿੱਤਾ ਗਿਆ। ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਹੋਇਆ, ਉੱਥੇ ਅਰਦਾਸਾ ਸੋਧ ਦਿੱਤਾ ਗਿਆ। ਉਸ ਤੋਂ ਬਾਅਦ ਜੇ ਅਸੀਂ ਕੋਈ ਹੋਰ ਵੀ ਕਈ ਬੇਅਦਬੀ ਦੀ ਘਟਨਾਵਾਂ ਵਾਪਰੀਆਂ ਜਿਹਨਾਂ ਵਿੱਚ ਅਰਦਾਸੇ ਵੀ ਸੋਧੇ ਗਏ ਤਾਂ ਕੁਝ ਇਹਦੇ ਹਾਲਾਤ ਵੀ ਪੈਦਾ ਹੋਏ। ਤੇ ਇੱਥੇ ਸਵਾਲ ਹੁਣ ਖੜਾ ਇਹ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗ੍ਹਾ ਤੇ ਜਿੰਨੀਆਂ ਬੇਅਦਬੀਆਂ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਸਿਰਫ ਇੱਕ ਬਿਆਨਬਾਜ਼ੀ ਕਰ ਦਿੰਦੀ ਆ, ਬੜੀ ਨਿੰਦਾਯੋਗ ਹੈ, ਮੰਦਭਾਗੀ ਘਟਨਾ ਇਹ ਕੀਤਾ, ਪਰ ਉਹਦੇ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਤੇ ਐਸਜੀਪੀਸੀ ਤੋਂ ਇਲਾਵਾ ਜਿਹੜੀ ਸਰਕਾਰ ਹੈ ਉਹ ਵੀ ਗੰਭੀਰਤਾ ਨਾਲ ਇਹ ਮਾਮਲਿਆਂ ਨੂੰ ਨਹੀਂ ਲੈ ਰਹੀ। ਤੇ ਜੇਕਰ ਦੇਖਿਆ ਜਾਵੇ, ਹੁਣ ਤੁਸੀਂ ਗੱਲ ਕੀਤੀ ਰਾਜਪੁਰਾ ਦੀ, ਅੱਜ ਦੀ ਜਿਹੜੀ ਤਾਜ਼ਾ ਘਟਨਾ, ਅੱਜ ਦੇ ਵਿਚਾਰ ਦੇ ਵਿੱਚ ਅੱਜ ਦੀ ਤਾਜ਼ਾ ਘਟਨਾ ਜੇਕਰ ਆਪਾਂ ਗੱਲ ਕਰਦੇ ਹਾਂ ਰਾਜਪੁਰਾ ਦੀ, ਜਿੱਥੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਵੱਡੀ ਘਟਨਾ ਵਾਪਰਦੀ ਹੈ। ਇੱਕ ਨੌਜਵਾਨ ਹੈ, ਉੱਚਾ ਲੰਮਾ, ਹਨਾ, ਉਹ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਉਹ ਮੈਂਟਲੀ ਹਰਾਸ ਹੈ, ਉਹ ਪਾਗਲ ਹੈ, ਉਹ ਅਪਸੈਟ ਸੀ, ਪਰ ਦੂਜੇ ਪਾਸੇ ਉਹਦੇ ਘਰਦਿਆਂ ਦੀ ਬਿਆਨਬਾਜ਼ੀ ਆਉਂਦੀ ਹੈ
ਕਿ ਸਾਡਾ ਮੁੰਡਾ ਚੰਡੀਗੜ੍ਹ ਦੇ ਵਿੱਚ ਨੌਕਰੀ ਕਰਦਾ ਹੈ। ਚੰਡੀਗੜ੍ਹ ਦੇ ਵਿੱਚ ਬੰਦੇ ਨੂੰ ਗਲੀਆਂ ਲੱਭਣੀਆਂ ਇੰਨੀਆਂ ਔਖੀਆਂ ਨੇ, ਪਰ ਉਹ ਬੰਦਾ ਉੱਥੇ ਜਾ ਕੇ ਨੌਕਰੀ ਕਰਦਾ ਹੈ ਤੇ ਇੰਨੇ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਸਾਂਭਦਾ ਸਭ ਕੁਝ। ਉਹ ਕੰਮ ਕਿਵੇਂ ਕਰ ਰਿਹਾ ਹੈ? ਤੇ ਜਦੋਂ ਘਟਨਾ ਵਾਪਰਦੀ ਹੈ ਉਦੋਂ ਹਰ ਕੋਈ ਕਹਿ ਦਿੰਦਾ ਕਿ ਅਸੀਂ ਮੈਂਟਲੀ ਹਰਾਸ ਹਾਂ। ਇੰਨੀ ਦੂਰ ਕੰਮ ਕਰਨ ਵਾਲਾ ਬੰਦਾ, ਉਹ ਚੰਡੀਗੜ੍ਹ 'ਚ ਨਹੀਂ ਕਿਸੇ ਨੂੰ ਮਾਰ ਕੇ ਆਇਆ, ਉਹ ਆਪਣੇ ਕੰਮ ਦੇ ਬੰਦਿਆਂ ਨੂੰ ਨਹੀਂ ਉਹਨੇ ਮਾਰਿਆ। ਹਰੇਕ ਮੈਂਟਲ ਬੰਦਾ, ਹਰੇਕ ਮੈਂਟਲੀ ਅਪਸੈਟ ਬੰਦਾ ਗੁਰਦੁਆਰਿਆਂ ਦੇ ਵਿੱਚ ਹੀ ਆ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਕਿਉਂ ਦਿੰਦਾ ਹੈ? ਜੀ ਨਿਤਿਕਾ ਜੀ, ਇਹ ਤੁਹਾਡਾ ਸਵਾਲ ਬਹੁਤ ਅਹਿਮ ਹੈ, ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਮੰਦਿਰ 'ਚ ਵੀ ਜਾ ਸਕਦਾ ਸੀ ਉਹ, ਹਾਲਾਂਕਿ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਨਾ ਬੇੜੇ ਪਿੱਛੇ ਨੇ ਬਹੁਤ ਸਾਜ਼ਿਸ਼ੀ ਜਿਹੜੀਆਂ ਨੇ ਉਹ ਕਿਆਤਰਾਈਆਂ ਲਾਈਆਂ ਜਾ ਰਹੀਆਂ ਨੇ, ਕਿਉਂਕਿ ਜਿਹੜੀ ਸਿੱਖ ਕੌਮ ਹੈ ਉਹ ਨਾ ਕਿਸੇ ਵੀ ਹੱਦ ਤੱਕ ਜਾ ਕੇ ਉਹਦੇ 'ਚ ਸਬਰ ਵੀ ਹੈਗਾ ਤੇ ਫਿਰ ਇੱਕਦਮ ਉਹਦੇ 'ਚ ਅੱਗ ਬਬੂਲਾ ਹੋਣ ਦਾ ਵੀ ਇੱਕ ਜਿਹੜਾ ਉਹਨਾਂ ਦੇ ਗੁਣ ਅੰਦਰ ਪਾਇਆ ਜਾਂਦਾ, ਜਿਹੜੇ ਇੱਕਦਮ ਭੜਕ ਵੀ ਸਕਦੇ। ਬੇਸ਼ੱਕ ਉਹਨਾਂ ਦੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਗਈਆਂ ਪਰ ਸਿੱਖ ਕਦੇ ਭੜਕੇ ਨਹੀਂ। ਪਰ ਹੁਣ ਉਹਨਾਂ ਨੇ ਇੱਕ ਤਰ੍ਹਾਂ ਦੀ ਸਾਜ਼ਿਸ਼ਾਂ ਇੱਦਾਂ ਦੀਆਂ ਰਚਾ ਲਈਆਂ ਕਿ ਇਹ ਜਿਹੜੇ ਨੇ ਇਹਨਾਂ ਦੇ ਕੁਝ ਗੁਰਦੁਆਰਿਆਂ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ, ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਭੜਕ ਜਾਣ ਤੇ ਮਾਹੌਲ ਖਰਾਬ ਕਰਨ। ਤੇ ਜੇ ਅਸੀਂ ਗੱਲ ਕਰੀਏ ਤਾਂ ਪਿੱਛੇ ਇਹਦੇ ਵਿੱਚ ਏਜੰਸੀਆਂ ਨੇ, ਕੁਝ ਖਾਸ ਤੌਰ ਤੇ ਏਜੰਸੀਆਂ ਨੇ ਜਿਹੜੇ ਇਸ ਚੀਜ਼ਾਂ ਦੇ ਪੰਜਾਬ ਦੇ ਮਾਹੌਲ ਜਾਂ 2024 ਦੀਆਂ ਚੋਣਾਂ ਸਾਹਮਣੇ ਅੱਗੇ ਆ ਰਹੀਆਂ ਨੇ ਤੇ ਉਹ ਚੀਜ਼ਾਂ ਨੂੰ ਵੀ ਲੈ ਕੇ ਕੁਝ ਨਾ ਕੁਝ ਸਿਆਸੀ ਫੰਡੇ ਵੀ ਚੱਲ ਪੈਂਦੇ ਹੁੰਦੇ ਤੇ ਕਈ ਜਗ੍ਹਾ ਤੇ ਐ ਹੁੰਦਾ ਵੀ ਮੰਦਰਾਂ ਦੇ ਵਿੱਚ ਕੁਝ ਗਊ ਦਾ ਮਾਸ ਜਿਹੜਾ ਪੁੱਛਾ ਛੱਡ ਦਿੱਤੀਆਂ ਗਈਆਂ, ਕੰਨ ਛੱਡ ਦਿੱਤੇ ਗਏ, ਜਾਂ ਮਸੀਤਾਂ ਦੇ ਵਿੱਚ ਕੁਝ ਦੂਜਾ ਤਰ੍ਹਾਂ ਦਾ ਮਾਸ ਛੱਡ ਦਿੱਤਾ ਗਿਆ। ਕੁਝ ਐਦਾਂ ਦੇ ਘਟਨਾਵਾਂ ਪਹਿਲਾਂ ਪਿਛਲੇ ਸਮਿਆਂ 'ਚ ਵਾਪਰਦੀਆਂ ਸੀ। ਉਦੋਂ ਸੋਸ਼ਲ ਮੀਡੀਆ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ ਤੇ ਉਦੋਂ ਲੋਕਾਂ ਨੂੰ ਇੰਨਾ ਚਿਰ ਪਤਾ ਨਹੀਂ ਸੀ ਲੱਗਦਾ, ਲੋਕ ਭੜਕ ਜਾਂਦੇ ਸੀ। ਤੇ ਹੁਣ ਸੋਸ਼ਲ ਮੀਡੀਆ ਵਾਇਰਲ ਹੈ, ਫਾਸਟ ਹੈ ਬਹੁਤ ਜ਼ਿਆਦਾ, ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਜਲਦੀ ਜਿਹੜੀ ਹੈ ਲੋਕ ਮਤਲਬ ਕਿ ਅੱਗੇ ਨਾਲੋਂ ਵੀ ਜ਼ਿਆਦਾ ਫਾਸਟ ਹੁਣ ਕੰਮ ਚੱਲਦਾ ਤੇ ਉਹਦੇ ਉੱਤੇ ਲੋਕ ਭੜਕ ਜਾਂਦੇ ਨੇ ਤੇ ਗੱਲਾਂ ਬਾਤਾਂ ਇੱਕਦਮ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਗੱਲ ਸੱਚੀ ਹੈ ਜਾਂ ਨਹੀਂ ਇਹਦੇ ਉੱਤੇ ਕੋਈ ਵੀ ਉਹਦੇ ਉੱਤੇ ਪੁਸ਼ਟੀ ਉਹਦੀ ਨਹੀਂ ਕਰਦਾ। ਪਰ ਹੁਣ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਕਿਸੇ ਸਾਜ਼ਿਸ਼ ਦੇ ਅਧੀਨ ਹੀ ਵਾਪਰ ਰਹੀਆਂ ਨੇ, ਜਦ ਕਿ ਮਰੰਡੇ ਵਾਲੀ ਘਟਨਾ ਦਾ ਵਾਪਰਨਾ ਉਹਦੇ ਵਿੱਚ ਦੌਰਾਨ 'ਚ ਉਹ ਬੰਦੇ ਦੀ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਜਦ ਕਿ ਪੁਲਿਸ ਹੁਣ ਤੱਕ ਵੀ, ਮੈਂ ਇਹ ਵੀ ਗੱਲ ਕਹਿ ਸਕਦਾ ਕਿ ਪੁਲਿਸ ਵੈਰੀਫਿਕੇਸ਼ਨ ਦੇ ਦੌਰਾਨ ਅਜੇ ਤੱਕ ਵੀ ਕੋਈ ਬੰਦਾ ਮੰਨਿਆ ਨਹੀਂ ਇਸ ਗੱਲ ਲਈ ਕਿ ਪਿੱਛੇ ਉਹਦਾ ਉਤਰਾਗ ਪਤਾ ਲਾਇਆ ਜਾ ਸਕਦਾ ਹੋਵੇ ਕਿ ਇਹਦੇ 'ਚ ਕੀਤਾ ਕੀ ਹੋਇਆ ਜਾਂ ਇਹ ਕਿੱਥੇ ਤੱਕ ਪਹੁੰਚਿਆ। ਸ਼੍ਰੋਮਣੀ ਕਮੇਟੀ ਸਿਰਫ ਬਿਆਨਬਾਜ਼ੀ ਦੇ ਕੇ ਬੰਦ ਕਰ ਦਿੰਦੀ ਹੈ ਤੇ ਜਿਹਦੇ 'ਚ ਬੇਅਦਬੀ ਦੇ ਘਟਨਾਵਾਂ ਲਾ ਲਈਏ ਤਾਂ ਹੁਣੀ ਹਾਲ ਹੀ ਦੇ ਵਿੱਚ ਜਲੰਧਰ ਵਿੱਚ ਜਮਸ਼ੇਰ ਦੇ ਵਿੱਚ ਜਿਹੜਾ ਉੱਥੇ ਪਿੰਡ ਹੈ ਇੱਕ ਜਮਸ਼ੂਰ ਸ਼ਾਇਦ ਉਹਦਾ ਨਾਮ, ਤੇ ਜਿਹਦੇ ਉਹਦੇ 'ਚ ਬੇਅਦਬੀ ਘਟਨਾ ਵਾਪਰੀ ਹੈ। ਤਾਂ ਉਸ ਤੋਂ ਬਾਅਦ ਜੇ ਅਸੀਂ ਹਰਿਆਣੇ ਵਿੱਚ ਗੱਲ ਕਰ ਲੈਂਦੇ ਹਾਂ, ਹਰਿਆਣਾ ਦੇ ਵਿੱਚ ਵੀ ਫਤਿਆਬਾਦ ਦੇ ਵਿੱਚ ਗੁਰਦੁਆਰਾ ਢਾਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੇ ਗੁਟਕਾ ਸਾਹਿਬ ਦੀਆਂ ਕੁਝ ਬੇਅਦਬੀਆਂ ਜਿਹੜੀਆਂ ਸਾਹਮਣੇ ਆਈਆਂ ਤਾਂ ਮੋਰਿੰਡਾ ਦੀ ਬੇਅਦਬੀ ਹੋ ਚੁੱਕੀ ਹੈ, ਪਟਿਆਲਾ ਦੇ ਵਿੱਚ ਸ਼ਰਾਬ ਪੀਣ ਦੀ ਬੇਅਦਬੀ ਹੋ ਚੁੱਕੀ ਹੈ ਤੇ ਹੁਣ ਜਿਹੜੀ ਹਾਲਾਤ ਦੇ ਵਿੱਚ ਜਿਹੜੀ ਹਾਜੀ ਦੀ ਰੀਸੈਂਟ ਜਿਹੜੀ ਆ ਕਰੰਟ ਦੇ ਵਿੱਚ ਆਈ ਗੱਲ ਤੇ ਉਹ ਰਾਜਪੁਰਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬੇਅਦਬੀ ਹੋ ਗਈ ਹੈ ਤੇ ਇਹ ਸਾਰੀਆਂ ਗੱਲਾਂ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਪਿੱਛੇ ਮੈਂਟਲ ਕਰਾਰ ਦੇ ਦਿੱਤੇ ਜਾਂਦੇ ਨੇ, ਬਹੁਤ ਕੁਝ ਦਿੱਤੇ ਜਾਂਦਾ। ਪਰ ਜਿਹੜਾ ਸਵਾਲ ਤੁਹਾਡਾ ਬਹੁਤ ਵਧੀਆ ਸੀ ਕਿ ਉਹ ਬੰਦਾ ਨੌਕਰੀ ਕਿੱਦਾਂ ਕਰਦਾ, ਨੌਕਰੀ ਕਿਵੇਂ ਕਰਦਾ, ਉੱਥੇ ਜਾ ਕੇ ਪਹੁੰਚਦਾ ਕਿੱਦਾਂ। ਜੇ ਬੰਦੇ ਦੇ ਮੈਂਟਲੀ ਅਪਸੈਟ ਦੇ ਪ੍ਰੋਬਲਮ ਹੈ ਤਾਂ ਉਹ ਪਰਿਵਾਰ ਤੋਂ ਬਾਹਰ ਕੱਢਿਆ ਨਹੀਂ ਜਾਂਦਾ। ਇਹ ਰਿਕਾਰਡ ਸਾਰੇ ਹੀ ਪਹਿਲਾਂ ਰਿਕਾਰਡ ਜਿਹੜੇ ਨੇ ਇਹ ਬਣਾਏ ਜਾਂਦੇ ਨੇ, ਸਿਸਟਮ ਪਹਿਲਾਂ ਹੀ ਪੂਰਾ ਕੀਤਾ ਜਾਂਦਾ, ਇੱਕ ਬੰਦਾ ਪੂਰੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ। ਜਿੱਥੇ ਤੱਕ ਸਾਨੂੰ ਲੱਗਦਾ, ਅਸੀਂ ਇਸ ਗੱਲ ਦੀ ਕੋਈ ਪੱਕੇ ਤੌਰ ਤੇ ਨਹੀਂ ਕਹਿੰਦੇ, ਹਰੇਕ ਬੰਦੇ ਦੀ ਆਪਣੀ ਰਾਏ ਆ, ਕਿਆ ਸਰਾਈਆਂ ਵੀ ਨੇ ਕੁਝ ਲੋਕਾਂ ਦੀਆਂ ਕਿ ਇਹ ਤਰੀਕੇ ਦਾ ਇਸ ਤਰ੍ਹਾਂ ਹੈ ਕਿ ਉਸ ਤਰੀਕੇ ਨੂੰ ਬੰਦਿਆਂ ਨੂੰ ਪਹਿਲਾਂ ਪੂਰੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ, ਉੱਥੇ ਤੱਕ ਪਹੁੰਚ ਜਾਂਦਾ। ਬੇਸ਼ੱਕ ਹੋ ਸਕਦਾ ਕਿ ਉਹਦੇ ਮਾਪਿਆਂ ਨੂੰ ਵੀ ਨਾ ਪਤਾ ਹੋਵੇ, ਠੀਕ ਹੈ, ਮਾਪਿਆਂ ਨੂੰ ਵੀ ਨਾ ਪਤਾ ਹੋਵੇ, ਜਿਹੜੇ ਏਜੰਸੀਆਂ ਨੇ। ਵੈਸੇ ਵੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਫਿਰ ਯੰਗ ਏਜ ਦੇ ਜਿਹੜੇ ਲੋਕ ਨੇ ਉਹ ਵੈਸੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਜਾਂ ਪੈਸਿਆਂ ਦੀ ਲੈਣ ਦੇਣ ਦੇ ਵਿੱਚ ਕਾਫੀ ਫਸੇ ਹੋਏ ਨੇ ਜੀ। ਬਿਲਕੁਲ, ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਇਹ ਹੈ ਵੀ ਜਾਂ ਅਸੀਂ ਕਿਸੇ ਕਰਜ਼ਿਆਂ ਥੱਲੇ ਦਬੇ ਹੋਏ ਹਾਂ ਜਾਂ ਫਿਰ ਸਾਡੀਆਂ ਇੱਛਾਵਾਂ ਜਿਹੜੀਆਂ ਲੋੜ ਤੋਂ ਜ਼ਿਆਦਾ ਨੇ, ਅਸੀਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਿਸੇ ਨਾ ਕਿਸੇ ਦੇ ਹੱਥ ਕੰਡੇ ਦੇ ਉੱਤੇ ਚੜ੍ਹ ਜਾਂਦੇ ਹਾਂ ਤੇ ਜਿਹਦੇ ਕਰਕੇ ਹੋ ਸਕਦਾ ਜਿਹੜਾ ਮਾੜਾ ਨਿਕਲਦਾ ਪਤਾ ਨਹੀਂ ਤੇ ਪਿੱਛੇ ਤੱਕ ਦੇ ਰਿਕਾਰਡ ਵੀ ਜਿਹੜੇ ਨੇ ਉਹ ਆਟੋਮੈਟਿਕਲੀ ਪਹਿਲਾਂ ਹੀ ਬਣਾ ਲਏ ਜਾਂਦੇ ਨੇ ਤੇ ਜਿਹਦੇ ਕਰਕੇ ਉਹ ਚੀਜ਼ਾਂ ਨੂੰ ਘਟਨਾਵਾਂ ਨੂੰ ਵਾਪਰਨ ਦਾ ਅੰਜਾਮ ਦਿੱਤਾ ਜਾਂਦਾ। ਤੇ ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਿਰਫ ਬਿਆਨਬਾਜ਼ੀਆਂ ਕਰ ਰਹੇ ਨੇ ਪਰ ਉਹਦੇ ਉੱਤੇ ਪੁਖਤਾ ਪ੍ਰਬੰਧ ਕੋਈ ਨਹੀਂ ਕਰ ਰਹੇ। ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਜਿਹੜਾ ਬਿਆਨ ਇਹ ਇੱਕ ਜਿਹੜਾ ਉੱਥੇ ਐਲਾਨ ਕਰਨਾ ਚਾਹੀਦਾ ਜਾਂ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਬਿਆਨ ਕਰਨਾ ਚਾਹੀਦਾ, ਜਿਹੜਾ ਉੱਥੇ ਵੱਡਾ ਐਲਾਨ ਕਰਨਾ ਚਾਹੀਦਾ ਇਸ ਗੱਲ ਦਾ ਵੀ ਜਿਹੜੇ ਵੀ ਤਰ੍ਹਾਂ ਦੀਆਂ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਕੋਈ ਬੰਦਾ ਕਿਸੇ ਦਾ ਸੌਦਾ ਨਾ ਲਾਵੇ, ਉਹਨਾਂ ਨੂੰ ਬਕਾਇਦਾ ਉੱਥੇ ਫੜ ਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਪੁਲਿਸ ਨੂੰ ਵੀ ਬੇਸ਼ੱਕ ਨਹੀਂ ਵੀ ਦੇਣਾ, ਪੁਲਿਸ ਨੂੰ ਵੀ ਇਹ ਗੱਲ ਕਹੀ ਜਾਵੇ ਕਿ ਜਿਹੜੀ ਵੀ ਵੈਰੀਫਿਕੇਸ਼ਨ ਕਰਨੀ ਹੈ ਸਾਡੇ ਸਾਹਮਣੇ ਕੀਤੀ ਜਾਵੇ। ਬਿਲਕੁਲ। ਤੇ ਇੱਕ ਗੱਲ ਹੋਰ ਵੀ ਹੈ, ਜਿੱਥੇ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਐਸਜੀਪੀਸੀ ਦੀ ਜਾਂ ਫਿਰ ਵੀ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਉੱਥੇ ਹੀ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ, ਉਹਨਾਂ ਵੱਲੋਂ ਗੰਭੀਰਤਾ ਦਿਖਾਣੀ ਤਾਂ ਬੜੀ ਦੂਰ ਦੀ ਗੱਲ ਹੈ। ਇਸ ਗੱਲ ਦੀ ਇੱਕ ਟਵੀਟ ਕਰਕੇ ਜਾਂ ਫਿਰ ਪੋਸਟ ਪਾ ਕੇ ਨਿੰਦਾ ਤੱਕ ਨਹੀਂ ਕੀਤੀ ਗਈ ਕਿ ਉਹਨਾਂ ਤੱਕ ਇਹ ਮਾਮਲੇ ਨਹੀਂ ਪਹੁੰਚਦੇ। ਜੀ, ਇਹ ਵੀ ਸਵਾਲ ਤੁਹਾਡਾ ਬਹੁਤ ਵਧੀਆ। ਸਰਕਾਰਾਂ ਤੱਕ ਇਹ ਸਾਰੇ ਮਸਲੇ ਪਹੁੰਚ ਰਹੇ ਨੇ,
ਜਾਂ ਅਸੀਂ ਇਹ ਗੱਲ ਕਰ ਰਹੀਏ, ਦੇਖੋ ਪਿੱਛੇ RSS ਦਾ ਇੱਕ ਹੱਥਕੰਡਾ ਖੜਾ, RSS ਪੂਰੀ ਤਰੀਕੇ ਨਾਲ ਜਿਹੜੀ ਸਰਗਰਮ ਹੈ, ਬਹੁਤੇ ਬਿਆਨਬਾਜ਼ੀਆਂ ਮੈਂ ਵੀਡੀਓਜ਼ ਵੀ ਦਿਖਾ ਸਕਦਾ, ਇਸ ਗੱਲ ਦੀ ਸ਼ੋਭਤ ਵੀ ਕਰ ਸਕਦਾ, ਜਿਹਨਾਂ 'ਚ ਉਹਨੇ ਸਿੱਧੇ ਹੀ ਹਿੰਦੂ ਰਾਸ਼ਟਰ ਦੀ ਗੱਲਾਂ ਨੂੰ ਸਮਰਥਨ ਕਰ ਦਿੱਤਾ ਜੀ। ਪਰ ਇੱਥੇ ਵਿੱਚ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਠੀਕ ਹੈ ਹਰੇਕ ਦਾ ਆਪਣਾ ਆਪਣਾ ਇੱਕ ਧਰਮ ਹੈ, ਹਰੇਕ ਦਾ ਆਪਣਾ ਇੱਕ ਵਿਰਸਾ, ਹਰੇਕ ਦਾ ਆਪਣਾ ਇੱਕ ਚੀਜ਼ ਨਾਲ ਜੁੜਿਆ ਹੋਇਆ ਜੀ। ਤੇ ਪਰ ਅਸੀਂ ਇੱਥੇ ਨਿਤਿਕਾ ਜੀ ਗੱਲ ਅਸੀਂ ਕਰ ਰਹੇ ਕਿ ਬੇਅਦਬੀਆਂ ਦੀ ਘਟਨਾ ਚਾਹੇ ਉਹ ਮੰਦਿਰ 'ਚ ਹੋ ਸਕਦੀ ਹੈ, ਗੁਰਦੁਆਰਾ ਸਾਹਿਬ 'ਚ ਹੋ ਹੀ ਰਹੀਆਂ ਨੇ, ਮੰਦਿਰਾਂ 'ਚ ਵੀ ਹੋ ਸਕਦੀਆਂ ਨੇ, ਚਰਚਾਂ 'ਚ ਵੀ ਹੋ ਸਕਦੀਆਂ ਨੇ, ਮਸੀਤਾਂ 'ਚ ਵੀ ਹੋ ਸਕਦੀਆਂ ਨੇ, ਗੁਰਦੁਆਰਿਆਂ 'ਚ ਹੀ ਬਿਲਕੁਲ। ਕਿਉਂਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਗੁਰਦੁਆਰਿਆਂ ਦੀ ਬਹੁਤ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਹੈ, ਠੀਕ ਹੈ। ਤੇ ਕਿਉਂਕਿ ਗੁਰੂ ਕਾਲ ਇੱਧਰ ਸਾਰਾ ਵਾਪਰਿਆ ਹੋਇਆ ਤਕਰੀਬਨ, ਚਾਹੇ ਉਹ ਪਾਕਿਸਤਾਨ ਵਾਲੇ ਪਾਸੇ ਕੁਛ ਲਾ ਲਓ, 5 ਗੁਰੂ ਸਾਹਿਬਾਨਾਂ ਦਾ ਉੱਧਰ ਦਾ ਸਮਾਂ, ਪਰ ਬਾਕੀ ਉਸ ਤੋਂ ਬਾਅਦ ਸਾਰਾ ਇੱਧਰ ਦਾ ਸਮਾਂ ਜੀ, ਠੀਕ ਹੈ। 6ਵੇਂ ਗੁਰੂ ਸਾਹਿਬਾਨ ਇੱਧਰ ਆ ਗਏ ਸੀਗੇ ਮਾਲਵੇ ਦੇ ਇਲਾਕੇ ਦੇ ਵਿੱਚ, ਤਾਂ ਉਸ ਤੋਂ ਬਾਅਦ ਬਾਕੀ ਸਾਰਾ ਇੱਧਰ ਵਾਪਰਿਆ। ਤੇ ਉਸ ਤੋਂ ਬਾਅਦ ਜੇ ਅਸੀਂ ਦੂਜੇ ਪਾਸੇ ਗੱਲ ਕਰ ਲੈਂਦੇ ਹਾਂ ਤਾਂ ਇਹ ਜਿਹੜੇ ਪੂਰੇ ਮੈਂ ਇੰਡੀਆ ਦੇ ਵਿੱਚ ਕਹਿ ਸਕਦਾ ਕਿ ਗੁਰਦੁਆਰੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਆ, ਤਾਂ ਉੱਥੇ ਜਿਹੜੀਆਂ ਇਹਨਾਂ ਘਟਨਾਵਾਂ ਦਾ ਵਾਪਰ ਜਾਣਾ ਕੋਈ ਲੋਕੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਵੱਡੇ ਪੱਧਰ ਦੇ ਉੱਤੇ ਕੰਮ ਆ, ਕਿ ਬਹੁਤ ਵੱਡੀਆਂ ਸਾਜ਼ਿਸ਼ਾਂ ਦੇ ਤਹਿਤ ਕੰਮ ਹੋ ਰਿਹਾ, ਸਿੱਖੀ ਨੂੰ ਬਦਨਾਮ ਕਰਨ ਲਈ ਲਾ ਲਓ ਜਾਂ ਸਿੱਖੀ ਦੇ ਨੂੰ ਢਾਹ ਲਾਉਣ ਵਾਸਤੇ ਲਾ ਲਓ। ਉਹਦੇ ਲਈ ਮੈਂ ਕੁਝ ਇੱਕ ਦੋ ਉਦਾਹਰਨਾਂ ਤੁਹਾਨੂੰ ਇਸ ਤਰੀਕੇ ਨਾਲ ਦੇ ਸਕਦਾ ਜਿਹੜੀਆਂ ਕਿ ਸ਼ਾਇਦ ਪੁਖਤਾ ਵੀ ਹੋ ਜਾਣਗੀਆਂ। ਜੇ ਮੈਂ ਸ਼ਾਇਦ ਪੈਨਸਲ ਪੈਨ ਚੱਕ ਕੇ ਦੇਖਦਾ ਤਾਂ ਮੈਂ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਕਹਿੰਦਾ, ਪਰ ਜੇ ਤੁਸੀਂ ਦੇਖੋਗੇ ਤਾਂ ਸਿੱਖੀ ਦੇ ਬਹੁਤੀਆਂ ਥਾਵਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਵਿੱਚ ਈਵਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀਆਂ ਨੇ ਉਹ ਜਿਹੜੀਆਂ ਉਹਦੇ 'ਚ ਲਿਪੀਆਂ ਦੇ ਵਿੱਚ ਜਾਂ ਉਹਨਾਂ ਦੀਆਂ ਕੁਝ ਲੇਖਣੀਆਂ ਨੇ ਜਿਹੜੀਆਂ ਉਹਦੇ ਵਿੱਚ ਗੁਰਬਾਣੀ ਲਿਖੀ ਹੈ ਸਾਡੀ ਪਾਤਸ਼ਾਹਾਂ ਨੇ, ਤੇ ਗੁਰੂ ਸਾਹਿਬਾਂ ਨੇ ਲਿਖੀ ਹੋਈ ਆ, ਭੱਟਾਂ ਨੇ ਲਿਖੀ ਹੋਈ ਆ, ਤੇ ਗੁਰਸਿੱਖ ਜਿਹੜੇ ਸਾਡੇ 4 ਉਹਨਾਂ ਨੇ ਵੀ ਲਿਖੀ ਹੋਈ ਆ, ਤੇ ਜਿਹਦੇ 'ਚ ਭਗਤਾਂ ਨੇ ਬਾਣੀ ਲਿਖੀ ਹੋਈ ਆ, ਉਹ ਬਾਣੀ ਦੇ ਵਿੱਚ ਵੀ ਕੁਝ ਰਲਾ ਮਲਾ ਚੇਂਜਸ ਕੀਤੇ ਨੇ, ਆਉਣਾ ਸ਼ੁਰੂ ਹੋ ਗਿਆ, ਠੀਕ ਹੈ ਜੀ। ਉਹਦੇ ਦੌਰਾਨ 'ਚ ਬਹੁਤੇ ਕੁਝ ਮੈਂ ਤੁਹਾਨੂੰ ਪੁਖਤਾ ਆਪਾਂ ਸਬੂਤ ਵੀ ਕਰ ਸਕਾਂਗੇ, ਇੱਕ ਦੋ ਚੀਜ਼ਾਂ ਦੇ ਹੋ ਵੀ ਸਕਦੇ ਨੇ ਕਿਤੇ ਨਾ ਕਿਤੇ। ਤੇ ਉਹਦੇ ਦੌਰਾਨ ਦੇ ਵਿੱਚ ਹੁਣ ਜੇ ਇਹ ਦੇਖਿਆ ਜਾਵੇ ਤਾਂ ਇਹ ਸਾਰੀਆਂ ਪਿੱਛੇ ਸਾਜ਼ਿਸ਼ਾਂ ਤਹਿਤ ਨੇ, ਕਿਤੇ ਨਾ ਕਿਤੇ ਸਿੱਖੀ ਨੂੰ ਢਾਹ ਲਾਉਣ ਦੀਆਂ ਥਾਵਾਂ ਚੱਲ ਰਹੀਆਂ ਨੇ, ਕਿ ਇੱਕ ਐਸੀ ਕੌਮ ਜੇ ਅਸੀਂ ਕਹੀਏ ਤਾਂ ਸਭ ਤੋਂ ਜ਼ਿਆਦਾ ਬਹਾਦਰ ਕੌਮ ਹੈ, ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਦਿਆਲਤਾ ਵਾਲੀ ਦਿਆਲੂ ਜਿਹੜੀ ਕੌਮ ਹੈ ਉਹ ਕੌਮ ਹੈ, ਤੇ ਸਭ ਤੋਂ ਅੱਗੇ ਹਮੇਸ਼ਾ ਹੁੰਦੀ ਹੈ। ਕੋਈ ਦੁਖਾਵੀ ਘਟਨਾ ਵਾਪਰਦੀ ਹੈ, ਕੋਈ ਮੰਦਭਾਗਾ ਵਰਤਾਰਾ ਕਿਤੇ ਹੁੰਦਾ ਤਾਂ ਸਭ ਤੋਂ ਪਹਿਲਾਂ ਹਰ ਇੱਕ ਔਖੀ ਸਿਚੁਏਸ਼ਨ 'ਚ ਵੀ ਆਪਣੇ ਪਰਿਵਾਰਾਂ ਨੂੰ ਨਾ ਦੇਖਦੇ ਹੋਏ ਦੂਸਰਿਆਂ ਦੇ ਪਰਿਵਾਰਾਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਹਮੇਸ਼ਾ ਕੀਤੀ ਜਾਂਦੀ ਹੈ ਜੀ। ਇਸੇ ਤਰੀਕੇ ਨਾਲ ਜਿਹੜੀ ਹੁਣ ਆਪਾਂ ਸਵਾਲ ਦੇ ਉੱਤੇ ਖੜੇ ਕਿ ਬੇਅਦਬੀ ਘਟਨਾਵਾਂ ਗੁਰਦੁਆਰਾ ਸਾਹਿਬ 'ਚ ਕਿਉਂ ਵਾਪਰ ਰਹੀਆਂ ਨੇ, ਤਾਂ ਇਹ ਸਿੱਖੀ ਨੂੰ ਢਾਹੇ ਇੱਕ ਬੜੀਆਂ ਸਾਜ਼ਿਸ਼ਾਂ ਦੇ ਤਹਿਤ ਲਾਈ ਜਾ ਰਹੀ ਹੈ ਕਿ ਸਿੱਖਾਂ ਨੂੰ ਭੜਕਾ ਕੇ ਕਿਸੇ ਤਰੀਕੇ ਹੋਰ ਪਾਸੇ ਗੱਲ ਸੀਗੀ ਵੀ ਆਪਣੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਤੱਕ ਉਹ ਸਾਰਾ ਦਿਨ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਵੀ ਲੋਕਾਂ ਤੱਕ, ਹਾਂ ਤੇ ਵੀ ਬਿਲਕੁਲ ਉਸ ਚੀਜ਼ ਦੇ ਵਿੱਚ ਨਾਲ ਲਾ ਕੇ ਚੱਲਦੇ, ਉਹ ਜਾਣਬੁੱਝ ਕੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਨੇ, ਗੰਭੀਰਤਾ ਨਾਲ ਨਹੀਂ ਲੈ ਰਹੇ, ਜਾਂ ਫਿਰ ਉਹਨਾਂ ਤੱਕ ਇਹ ਮਾਮਲੇ ਨਹੀਂ ਪਹੁੰਚਦੇ। ਮੇਰਾ ਸਵਾਲ ਇਹ ਸੀ, ਮੈਂ ਬਿਲਕੁਲ ਮੈਂ ਮਾਫ ਕਰਨਾ ਸੀਗਾ ਜੀ, ਸਵਾਲ ਦੂਜੇ ਪਾਸੇ ਚਲਾ ਗਿਆ। ਪਰ ਇੱਥੇ ਹੁਣ ਨਾਲ ਇਹ ਵੀ ਗੱਲ ਜਿਹੜੀ ਤੁਹਾਡੀ ਗੱਲ ਪੁੱਛੀ ਆ ਸਰਕਾਰਾਂ ਤੱਕ ਪਹੁੰਚਦਾ, ਉਹ ਸ਼੍ਰੋਮਣੀ ਕਮੇਟੀ ਦੇ ਉੱਥੇ ਤੱਕ ਸਿਰਫ ਬਿਆਨਬਾਜ਼ੀ ਕਰਕੇ ਉੱਥੇ ਤੱਕ ਜਾਂਦੇ ਨੇ, ਪਰ ਅੱਜ ਤੱਕ ਕਿਸੇ ਨੇ ਜਾ ਕੇ ਉੱਥੇ ਜਿਵੇਂ ਮੰਨ ਲਓ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਜਾਂ ਹੋਰ ਉਹਦੇ ਨੁਮਾਇੰਦੇ ਨੇ ਜਿਹੜੇ, ਉਹ ਕਿਸੇ ਨਾ ਕਿਸੇ ਸਮਾਂ ਕੱਢ ਕੇ ਕਦੇ ਉੱਥੇ ਆ ਕੇ ਉਹਨਾਂ ਨੇ ਕਿਸੇ ਚੀਜ਼ ਦੇ ਵਿੱਚ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਆ ਕੇ ਕਦੇ ਉਹਨਾਂ ਨਾਲ ਬੈਠ ਕੇ ਕਿਤੇ ਜਾ ਕੇ ਥਾਣੇ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੀ, ਕਿਸੇ ਉੱਥੇ ਆ ਕੇ ਪ੍ਰਬੰਧਕ ਕਮੇਟੀ ਨਾਲ ਉੱਥੇ ਗੱਲ ਕਰਦੀ, ਠੀਕ ਆ ਬੇਅਦਬੀ ਘਟਨਾ ਵਾਪਰ ਗਈ, ਉੱਥੇ ਆ ਕੇ ਥੋੜੀ ਦੇਰ ਜਾ ਕਿਤੇ ਨੇ ਜਿਹੜਾ ਮਾਰ ਦਿੱਤਾ, ਜਥੇਦਾਰ ਸਾਹਿਬ ਨੇ ਬਿਆਨ ਦਿੱਤਾ, ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਜਾਂ ਫਿਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਗੇ ਆਉਂਦੇ ਨੇ, ਜਾਂ ਫਿਰ ਹੋਰ ਲੋਕਾਂ ਵੱਲੋਂ ਜਿਹੜੀਆਂ ਕਿਆਸ ਰਾਈਆਂ ਨੇ ਉਹ ਤਾਂ ਲੱਗਦੀਆਂ ਹੀ ਹੁੰਦੀਆਂ ਨੇ ਹਮੇਸ਼ਾ ਵੀ ਹੋਰ ਗੰਭੀਰਤਾ ਦੇ ਨਾਲ ਸਰਕਾਰਾਂ ਵੀ ਇਸ ਮਾਮਲੇ ਨੂੰ ਲੈ ਨਹੀਂ ਰਹੀਆਂ, ਤਾਂ ਹੀ ਕਰਕੇ ਇਹਨਾਂ ਲੋਕਾਂ ਦੇ ਹੌਸਲੇ ਕਰ ਨਹੀਂ ਰਹੇ, ਹਾਂ ਤੇ ਹੌਸਲੇ ਇਸ ਕਰਕੇ ਹੀ ਬੇਅਦਬੀ ਘਟਨਾਵਾਂ ਜਿਹੜੇ ਕਰ ਰਹੇ ਨੇ ਉਹਨਾਂ ਦੇ ਹੌਸਲੇ ਵੀ ਇਸੇ ਕਰਕੇ ਬੁਲੰਦ ਨੇ ਵੀ ਪਤਾ ਹੈ ਜਸਟ ਚੰਦ ਸ਼ਬਦਾਂ ਦੀ ਗੱਲ ਹੈ, ਉਸ ਤੋਂ ਬਾਅਦ ਸਾਡੇ ਤੇ ਨਾ ਕੋਈ ਗੰਭੀਰਤਾ ਦਿਖਾਈ ਜਾਣੀ ਹੈ, ਨਾ ਹੀ ਇਹਨਾਂ ਮਾਮਲਿਆਂ ਦੇ ਉੱਤੇ ਨਾ ਹੀ ਇਸ ਦੀ ਕਿਸੇ ਨੇ ਪੁਸ਼ਟੀ ਕਰਨੀ ਹੈ ਅੱਗੇ, ਕੋਈ ਵੀ ਮਤਲਬ ਕਿ ਕਿਸੇ ਤਰੀਕੇ ਦਾ ਵੀ ਕਹਿੰਦੇ ਨੇ ਹੱਲ ਨਿਕਲਦਾ ਦਿਖ ਨਹੀਂ ਰਿਹਾ। ਉਹਨਾਂ ਨੂੰ ਪਤਾ ਹੈ ਵੀ ਨਾ ਅਸੀਂ ਜੇਲ੍ਹ ਜਾਣਾ ਹੈ, ਨਾ ਹੀ ਸਾਡੇ ਤੇ ਕਾਰਵਾਈ ਹੋਣੀ ਹੈ, 2-4 ਖਬਰਾਂ ਛਪਣਗੀਆਂ ਤੇ ਬਾਅਦ 'ਚ ਮਾਮਲੇ ਠੰਡੇ ਬਸਤੇ 'ਚ ਹੋ ਜਾਣਗੇ ਜੀ। ਇੱਥੇ ਹੀ ਗੱਲ ਖੜੀ ਹੈ ਕਿ ਉਹ ਜਿਹੜੀ ਪੂਰੀ ਗੰਭੀਰਤਾ ਨਾਲ ਸ਼੍ਰੋਮਣੀ ਕਮੇਟੀ ਇਸ ਚੀਜ਼ ਨੂੰ ਨਹੀਂ ਲੈ ਰਹੀ ਹੈ ਹਜੇ ਤੱਕ, ਜੇ ਲੈ ਲਿਆ ਜਾਵੇ ਤਾਂ ਇਹ ਸ਼ਾਇਦ ਮਸਲੇ ਰੁਕ ਜਾਣਗੇ, ਕਿਉਂਕਿ ਜਦੋਂ ਉਹਨਾਂ ਤੋਂ ਪੁਖਤਾ ਪ੍ਰਬੰਧ ਠੀਕ ਹੈ ਬਿਆਨਬਾਜ਼ੀਆਂ ਨਹੀਂ, ਉੱਥੇ ਆ ਕੇ ਪ੍ਰੋਟੈਸਟ ਵੀ ਦੇਣੇ ਪੈਣਗੇ। ਬੇਸ਼ੱਕ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ, ਸਿੰਘਾਂ ਨੂੰ ਰਿਹਾਈ ਵਾਸਤੇ ਲੱਗਾ ਹੋਇਆ, ਪਰ ਇਸ ਪਾਸੇ ਵੱਲ ਇਹ ਜਿਹੜੀ ਸਿੱਖੀ ਦਾ ਧਿਆਨ ਉਸ ਚੀਜ਼ ਦਾ ਨਹੀਂ ਦੇ ਰਿਹਾ, ਤੇ ਇਸ ਚੀਜ਼ ਨੂੰ ਰੋਕਣ ਦੀਆਂ ਚੀਜ਼ਾਂ ਵੀ ਜਿਹੜੀਆਂ ਰੁਕਣਗੀਆਂ ਤਾਂ ਸਰਕਾਰਾਂ ਨੂੰ ਧਿਆਨ ਦਿਵਾਉਣਾ ਪਊਗਾ। ਸਰਕਾਰਾਂ ਧਿਆਨ ਦਿੰਦੀਆਂ ਨਹੀਂ, ਕਮਲ ਜੀ ਲੋਕ ਡਰਦੇ ਕਿਉਂ ਨਹੀਂ? ਇੱਕ ਵਾਰੀ ਪਹਿਲਾਂ ਵੀ ਇਸੇ ਡਿਸਕਸ਼ਨ ਦੇ ਉੱਤੇ ਆਪਾਂ ਬੈਠੇ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਇੱਕ ਵਾਰੀ ਫਿਰ ਪਿਛਲੇ ਸਾਲ ਸ਼ਾਇਦ ਘਟਨਾ ਵਾਪਰੀ ਸੀ, ਤੇ ਆਪਾਂ ਇਦਾਂ ਹੀ ਡਿਸਕਸ਼ਨ ਕਰ ਰਹੇ ਸੀਗੇ ਜਿੱਥੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਸ ਸ਼ਖਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਉੱਥੇ ਹੀ ਉਹਦਾ ਸੌਦਾ ਲਾ ਦਿੱਤਾ ਜਾਂਦਾ ਹੈ। ਦੇਖਿਆ ਗਿਆ ਕਿ ਉਸ ਤੋਂ ਬਾਅਦ ਵੀ ਲੋਕ ਡਰਦੇ ਨਹੀਂ ਕਿ ਅਗਰ ਉਹ ਕੌਮ ਪਿਆਰੀ ਹੈ, ਅਗਰ ਉਹ ਕੌਮ ਦਲੇਰ ਹੈ, ਬਹਾਦਰ ਹੈ, ਲੋਕਾਂ ਨੂੰ ਪਿਆਰ ਕਰਨ ਵਾਲੇ, ਤਾਂ ਕਿਤੇ ਨਾ ਕਿਤੇ ਉਸ ਕੌਮ ਦੇ ਅੰਦਰ ਮਤਲਬ ਕਿ
ਖੌਫ ਵਾਲੀ ਵੀ ਕਹਿ ਸਕਦੇ ਇੱਕ ਸਾਈਡ ਹੈਗੀ ਹੈ ਵੀ ਉਹ ਇੱਕ ਸਕਿੰਟ ਦੇ ਵਿੱਚ ਕਿਸੇ ਦਾ ਨਾਸ਼ ਵੀ ਕਰ ਸਕਦੀ ਹੈ। ਸੋ ਉਸ ਇਨਸਾਨ ਦਾ ਹੋਇਆ, ਉਹ ਤੋਂ ਬਾਅਦ ਉਸ ਸ਼ਖਸ ਦੇ ਉਸ ਐਗਜ਼ਾਮਪਲ ਤੋਂ ਬਾਅਦ ਵੀ ਲੋਕਾਂ ਨੂੰ ਸ਼ਰਮ ਨਹੀਂ ਆਈ ਜਾਂ ਫਿਰ ਲੋਕਾਂ ਨੂੰ ਡਰ ਨਹੀਂ ਲੱਗਿਆ ਜੀ। ਇੱਥੇ ਨਿਤਿਕਾ ਇਹ ਵੀ ਤੁਹਾਡੇ ਨਾਲ ਜਾਂ ਫਿਰ ਉਹ ਆਪਣੇ ਪਰਿਵਾਰਾਂ ਬਾਰੇ ਨਹੀਂ ਸੋਚਦੇ। ਨਹੀਂ, ਇੱਥੇ ਗੱਲ ਇਹ ਆ ਕਿ ਜਦੋਂ ਨਾ ਆਪਾਂ ਕਿਸੇ ਚੀਜ਼ ਨੂੰ ਸਮਰਪਿਤਤਾ ਕਹਿੰਦੇ ਆ, ਠੀਕ ਹੈ, ਇੱਕ ਬੰਦੇ ਨੂੰ ਮੰਨ ਲਓ ਇੱਕ ਆਪਾਂ ਹਾਇਰ ਕਰ ਲਿਆ, ਉਸ ਬੰਦੇ ਨੂੰ ਹਾਇਰ ਕਰਕੇ ਗੱਲ ਕੀਤੀ ਤੈਨੂੰ ਦੱਸ ਵੀ ਕਿੰਨੇ ਲੱਖ ਜਾਂ ਕਿੰਨੇ ਤਰ੍ਹਾਂ ਦਾ ਬੰਦਾ ਚਾਹੀਦਾ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਕੋਈ ਮੇਰੀ ਇਸ ਚੀਜ਼ ਦੇ ਉੱਤੇ ਪੱਕੀ ਰਾਏ ਜਾਂ ਮੈਂ ਇਸ ਚੀਜ਼ ਨੂੰ ਨਹੀਂ ਕਹਿੰਦਾ ਵੀ ਇਸ ਚੀਜ਼ ਦਾ ਦੋਸ਼ਣ ਨਹੀਂ ਕਿਸੇ ਦੇ ਉੱਤੇ ਕਰਦਾ। ਇਹ ਚੀਜ਼ ਮੈਂ ਇੱਕ ਰਾਏ ਦੇ ਤੌਰ ਤੇ ਮੈਂ ਅਸੀਂ ਫਿਲਮਾਂ ਦੇ ਵਿੱਚ ਵੀ ਦੇਖ ਲੈਂਦੇ ਹਾਂ, ਹਨਾ, ਕਿ ਯਾਰ ਮੈਂ ਤਾਂ ਇੰਨੇ ਪੈਸੇ ਤੁਹਾਨੂੰ ਅਦਾ ਕਰਦਾ, ਤੂੰ ਦੱਸ ਕਿਵੇਂ ਕੰਮ ਕਰੇਗਾ। ਯਾਨੀ ਉਹਨਾਂ ਨੂੰ ਕਿਤੇ ਨਾ ਕਿਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ, ਇਸ ਕਰਕੇ ਉਹ ਕਦਮ ਚੱਕਦੇ ਨੇ ਵੀ ਸਾਡਾ ਪਰਿਵਾਰ ਜਿਹੜਾ ਕਿਸੇ ਵੀ ਜੇ ਹੁਣ ਉਹ ਬਚ ਕੇ ਨਿਕਲ ਗਏ ਤਾਂ ਦੈਨ ਬੈਟਰ, ਨਹੀਂ ਨਿਕਲ ਸਕੇ ਤਾਂ ਪਹਿਲਾਂ ਹੀ ਗੱਲ ਹੁੰਦੀ ਵੀ ਹੋ ਸਕਦਾ ਭਾਈ ਬਚਾ ਨਾ ਵੀ ਹੋਵੇ, ਸੋਚਾ ਵੀ ਸੁਧਿਆ ਜਾਂ ਕੁਝ ਵੀ ਹੋ ਸਕਦਾ, ਪਰ ਅਸੀਂ ਤੇਰੇ ਪਰਿਵਾਰ ਇੰਨਾ ਕੁਝ ਅਸੀਂ ਤੈਨੂੰ ਅਦਾ ਕਰਦੇ ਹਾਂ, ਤੂੰ ਉਸ ਚੀਜ਼ ਤੋਂ ਬਾਹਰ ਹੋ ਸਕਦਾ ਜੀ, ਤੇ ਤੇਰੇ ਪਰਿਵਾਰ ਦਾ ਪਿੱਛੇ ਅਸੀਂ ਖਿਆਲ ਉਸ ਚੀਜ਼ ਤੋਂ ਕਰ ਲਾਂਗੇ, ਜਾਂ ਉਹਨੂੰ ਕਈ ਲੱਖ ਰੁਪਏ ਦੇ ਕੇ ਕਰ ਲਾਂਗੇ, ਜਾਂ ਕੁਝ ਇਹਨਾਂ ਵਰਗ ਲਾ ਕੇ ਕੁਝ ਵੀ ਕਰਕੇ ਉਹ ਚੀਜ਼ਾਂ ਵਿੱਚ ਫਸਾਇਆ ਜਾਂਦਾ ਉਹਨਾਂ ਸ਼ਿਕੰਜਿਆਂ ਕਿਉਂਕਿ ਇੱਕ ਬੰਦੇ ਨੂੰ ਪਤਾ ਮੈਂ ਇਸ ਕੰਮ ਨੂੰ ਕਰਨ ਚੱਲਿਆ, ਤਾਂ ਉਸ ਬੰਦੇ ਨੂੰ ਸਾਹਮਣੇ ਦਿਖ ਰਿਹਾ ਵੀ ਯਾਰ ਕੁਝ ਵੀ ਹੋ ਸਕਦਾ, ਇੱਥੇ ਮੌਤ ਵੀ ਹੋ ਸਕਦੀ ਹੈ, ਜਾਂ ਇਸ ਚੀਜ਼ ਦੇ ਉੱਤੇ ਮੈਨੂੰ ਫੜਿਆ ਵੀ ਜਾ ਸਕਦਾ, ਮੈਨੂੰ ਮਾਰਿਆ ਕੁੱਟਿਆ ਵੀ ਜਾ ਸਕਦਾ। ਉਹ ਸਾਰੀਆਂ ਚੀਜ਼ਾਂ ਪਹਿਲਾਂ ਨੇ, ਉਹ ਪਹਿਲਾਂ ਅਗਲੇ ਤੋਂ ਸਾਰੀਆਂ ਮਨਵਾਈਆਂ ਗਈਆਂ ਹੋਣਗੀਆਂ ਜਾਂ ਕਿਤੇ ਕਦੇ ਇੰਨੀਆਂ ਬੇਅਦਬੀਆਂ ਹੋ ਜਾਣੀਆਂ, ਇਹ ਕੋਈ ਆਮ ਗੱਲ ਨਹੀਂ ਹੈ। ਇੱਕ ਅੱਧੀ ਹੋ ਸਕਦੀ ਹੈ, ਚਲੋ ਮੰਨ ਸਕਦੇ ਕਿਸੇ ਜਗ੍ਹਾ ਤੇ, ਪਰ ਇਹੋ ਜਿਹੀ ਘਟਨਾ ਵਾਪਰ ਜਾਣੀਆਂ ਇਹ ਇੱਕ ਤੋਂ ਬਾਅਦ ਇੱਕ ਚੱਲ ਰਹੀ ਹੈ, ਤਾਂ ਰੁਕਣ ਦਾ ਨਾਮ ਹੀ ਨਹੀਂ ਆ ਰਿਹਾ। ਤਾਂ ਫਿਰ ਕਿਤੇ ਨਾ ਕਿਤੇ ਤਾਂ ਸਾਜ਼ਿਸ਼ਾਂ ਪਿੱਛੇ ਖੜੀਆਂ ਨੇ, ਕੋਈ ਨਾ ਕੋਈ ਤਾਂ ਕਿਆਤਰਾਈ ਖੜੀ ਹੈ ਨਾ, ਕਿ ਕੋਈ ਇਹਨਾਂ ਨੂੰ ਪਿੱਛੇ ਅੰਜਾਮ ਦੇਣ ਦੀ ਪੂਰੀ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ, ਔਰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਜਿਹੜਾ ਉਹ ਵਰਤਾਰਾ ਵਾਪਰ ਰਿਹਾ ਹੈ। ਉਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਸਰਕਾਰਾਂ ਨੂੰ ਧਿਆਨ ਦਿਵਾਉਣਾ ਪਊਗਾ, ਉਹ ਸਾਡੇ ਨੁਮਾਇੰਦੇ ਦਿਵਾਉਣਗੇ, ਜੇਕਰ ਉਹ ਨਹੀਂ ਦਿਵਾਉਣਗੇ ਤਾਂ ਹੋਏਗਾ ਹੀ ਨਹੀਂ ਜੀ। ਜੇਕਰ ਇਹ ਹੁਣ ਮੈਂ ਫਿਰ ਦੁਬਾਰਾ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਨੂੰ ਇਹਦੇ ਲਈ ਪੂਰੇ ਤਰੀਕੇ ਨਾਲ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ, ਕਿਉਂਕਿ ਉਹਨਾਂ ਦੇ ਉੱਤੇ ਸਰਕਾਰਾਂ ਵੱਧ ਵਿਰੁੱਧ ਪ੍ਰੋਟੈਸਟ ਹੋਣਾ ਚਾਹੀਦਾ। ਮੁੱਖ ਮੰਤਰੀ ਦੇ ਨਾਲ ਮੀਟਿੰਗ ਸੱਦੋ, ਇਸ ਚੀਜ਼ ਦੇ ਉੱਤੇ ਰੱਖ ਕੇ ਬੈਠ ਕੇ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਇਹ ਚੀਜ਼ਾਂ ਹੋ ਸਕਦੀਆਂ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਜਿਹਨੂੰ ਪੂਰੀ ਇੱਕ ਤਾਂ ਦੇ ਸੰਸਥਾ ਹੈ, ਤੇ ਜਿਹਦੇ ਵਾਸਤੇ ਅਸੀਂ ਕੋਈ ਸਵਾਲ ਕਦੇ ਚੁੱਕ ਹੀ ਨਹੀਂ ਸਕਦੇ। ਹਾਲਾਂਕਿ ਪਿੱਛੇ ਜੇ ਉਹ ਸ਼ਾਦੀ ਦੇ ਵਿੱਚ ਵੀ ਜਾ ਸਕਦੇ ਨੇ, ਤਾਂ ਫਿਰ ਇਸ ਕੰਮਾਂ ਵਾਸਤੇ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਿਉਂ ਨਹੀਂ ਕਰ ਸਕਦੇ? ਕਿਉਂ ਨਹੀਂ? ਵੱਡਾ ਸਵਾਲ ਇਹੀ ਪੈਦਾ ਹੁੰਦਾ ਵੀ ਜੇਕਰ ਉਹ ਇੱਕ ਆਮ ਕਿਸੇ ਪਤਿਤ ਸਿੱਖ ਦੀ ਅਰਦਾਸ ਕਰ ਸਕਦੇ ਨੇ, ਜਾਂ ਫਿਰ ਕੋਈ ਵੀ ਪਾਰਟੀ ਦੇ ਵਿੱਚ ਕੋਈ ਵੀ ਫੰਕਸ਼ਨ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਤਾਂ ਐਡੀ ਦੂਰੋਂ ਆ ਸਕਦੇ ਨੇ, ਤਾਂ ਉਹ ਐਡੇ ਗੰਭੀਰ ਮਸਲੇ ਤੇ ਜਿੱਥੇ ਐਡੇ ਮੰਦਭਾਗੇ ਵਰਤਾਰੇ ਵਾਪਰ ਰਹੇ ਨੇ, ਠੀਕ ਹੈ, ਸਿੱਖ ਕੌਮ ਨੂੰ ਢਾਹ ਲੱਗ ਰਹੀ ਹੈ, ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਬੇਅਦਬੀ ਕਰਨ ਵਾਲਿਆਂ ਦੇ, ਇਹਨਾਂ ਮਸਲਿਆਂ ਤੇ ਗੱਲਬਾਤ ਕਿਉਂ ਨਹੀਂ? ਮੁੱਖ ਮੰਤਰੀ ਨਾਲ ਬੈਠ ਕੇ ਸਮਾਂ ਰੱਖਿਆ ਜਾ ਸਕਦਾ, ਪ੍ਰਧਾਨ ਜੀ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੱਲ ਕਰਨ, ਜਥੇਦਾਰ ਅਕਾਲ ਤਖਤ ਸਾਹਿਬ ਗੱਲ ਕਰਨ, ਜਦ ਕਿ ਇਹ ਚੀਜ਼ਾਂ ਦੇ ਗੱਲ ਕਰਕੇ ਸਰਕਾਰਾਂ ਦਾ ਧਿਆਨ ਇਹਨਾਂ ਵੱਲ ਦਿਵਾਉਣਾ ਪਊਗਾ। ਬਕਾਇਦਾ ਉਹਨਾਂ ਨਾਲ ਮੀਟਿੰਗਾਂ ਰੱਖੀਆਂ ਜਾਣਗੀਆਂ, ਪ੍ਰੋਟੈਸਟ ਹੋਣਗੇ, ਉਹਨਾਂ ਦੇ ਨਾਲ ਖਿਲਾਫ ਗੱਲ ਖੜ ਕੇ ਕੀਤੀ ਜਾਊਗੀ, ਫਿਰ ਇਹ ਕਿਤੇ ਜਾ ਕੇ ਇਸ ਚੀਜ਼ਾਂ ਉੱਤੇ ਰੋਕ ਲੱਗੇਗੀ, ਜਾਂ ਉਹਨਾਂ ਉੱਤੇ ਜਿਹੜੇ ਦੰਡਾਵਲੀ ਉਹਨਾਂ ਉੱਤੇ ਪੂਰੇ ਤਰੀਕੇ ਨਾਲ ਜਿਹੜੀ ਆ ਦੰਡਾਵਲੀ ਕੀਤੀ ਨਿਰਧਾਰਿਤ ਕੀਤੀ ਜਾਊਗੀ, ਫਿਰ ਇਹ ਚੀਜ਼ ਦੇ ਉੱਤੇ ਮਸਲਾ ਜਿਹੜਾ ਜਾ ਕੇ ਉਹ ਰੁਕਣ ਦਾ ਕੋਈ ਹੱਲ ਬਣ ਸਕਦਾ। ਨਹੀਂ ਤਾਂ ਸ਼ਾਇਦ ਫਿਰ ਇਹ ਲਗਾਤਾਰ ਜਿਹੜੀਆਂ ਚੱਲ ਰਿਹਾ ਉਹ ਸਰਗਮ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਨਵੇਂ ਬਣਦੇ ਰਹਿਣਗੇ ਤੇ ਏਜੰਸੀਆਂ ਆਪਣਾ ਕੰਮ ਕਰਦੀਆਂ ਰਹਿਣਗੀਆਂ ਜੀ। ਸੋ ਕਮਲ ਜੀ, ਇੱਕ ਮੇਰਾ ਆਖਰੀ ਸਵਾਲ ਹੈ, ਜਿਵੇਂ ਕਿ ਆਪਾਂ ਦੇਖਿਆ ਕਿ 2023 ਦੀਆਂ ਜਲੰਧਰ ਜ਼ਿਮਨੀ ਚੋਣਾਂ ਹੋਈਆਂ ਨੇ, ਉਹਦੇ ਵਿੱਚ ਸਾਰਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਜਿੱਤ ਹੋਈ ਆਪ ਪਾਰਟੀ ਦੇ ਸੁਸ਼ੀਲ ਰਿੰਕੂ ਦੀ। ਹੁਣ 2024 ਦੇ ਵਿੱਚ ਵੀ ਜਿਹੜੀਆਂ ਚੋਣਾਂ ਆਉਣਗੀਆਂ, ਤਾਂ ਹੁਣ ਸਭ ਦਾ ਦੁਬਾਰਾ ਫਿਰ ਇੱਕ ਵਾਰ ਜ਼ੋਰ ਲੱਗਣਾ ਸ਼ੁਰੂ ਹੋ ਜਾਏਗਾ। ਕਿਵੇਂ ਦੇਖਦੇ ਹੋ ਵੀ ਇਸ ਵਾਰੀ ਭਾਜਪਾ ਜਾਂ ਫਿਰ ਅਕਾਲੀ ਦਲ ਕੋਈ ਸੀਟ ਲੈ ਸਕਦਾ ਹੈ? ਜੀ ਨਿਤਿਕਾ ਜੀ, 2023 ਦੀਆਂ ਚੋਣਾਂ ਹੋ ਚੁੱਕੀਆਂ ਨੇ, ਆਮ ਆਦਮੀ ਪਾਰਟੀ ਫੁੱਲਿਆਂ ਨਹੀਂ ਸਮਾਰੀ, ਜਿੱਤ ਗਈ ਹੈ, ਉਹਦਾ ਬੜਾ ਉਮਰ ਕੇ ਆਪਣੇ ਆਪ ਚ ਹੋ ਗਿਆ ਸੀ ਚੋਣਾਂ ਜਿੱਤ ਗਏ ਆ, ਕਿਉਂਕਿ ਉਹਨਾਂ ਨੂੰ ਆਸ ਬਹੁਤ ਘੱਟ ਸੀ, ਕਿਉਂਕਿ ਕਾਂਗਰਸ ਦਾ ਕਿਲਾ ਬਹੁਤ ਮਜ਼ਬੂਤ ਸੀ। ਉਧਰ ਭਾਜਪਾ ਦਾ ਵੀ ਜਿਵੇਂ ਆਪਾਂ ਦੇਖਦੇ ਹਾਂ ਵੀ ਉਸ ਗੜ੍ਹ ਦੇ ਵਿੱਚ ਜਾਂ ਪਿੰਡੂ ਖੇਤਰ ਦੇ ਵਿੱਚ ਦਬਦਬਾ ਕਾਫੀ ਜ਼ਿਆਦਾ ਸੀ, ਤਾਂ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਜੀ ਬਿਲਕੁਲ ਜੀ, ਕਿਉਂਕਿ ਪਹਿਲਾਂ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਰਿਹਾ, ਜਿਹਦੇ ਦੌਰਾਨ ਚ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਕੇ ਸੀਟਾਂ ਚੋਣ ਲੜਦੇ ਸੀ। ਹੁਣ ਉਹਨੇ ਬਸਪਾ ਦੇ ਨਾਲ ਲੜ ਕੇ ਲੜੀ ਆ ਅਕਾਲੀ ਦਲ ਨੇ ਜੀ। ਪਰ ਜੇ ਇੱਥੇ ਇੱਕ ਦੇਖਿਆ ਜਾਵੇ, ਆਮ ਆਦਮੀ ਪਾਰਟੀ ਨੂੰ 3,02,200 ਦੇ ਥੋੜੀ ਜਿਹੀ ਉੱਪਰ ਵੋਟ ਪਈ ਹੈ, ਤੇ ਜੇ ਦੂਜਾ ਕਾਂਗਰਸ ਨੂੰ ਦੇਖੀਏ ਤਾਂ ਉਹਦੇ ਮਾਫ ਕਰਨਾ 3 ਲੱਖ ਜਿਹੜੀ ਹੈ 2200 ਤੋਂ ਉੱਪਰ ਕੁਝ ਵੋਟ ਪਈ ਹੈ ਆਮ ਆਦਮੀ ਪਾਰਟੀ ਨੂੰ। ਤੇ ਜੇ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਉਹ ਦੌਰਾਨ ਵਿੱਚ 2 ਲੱਖ ਤੋਂ ਜਿਹੜੀ ਹੈ 65-70 ਹਜ਼ਾਰ ਦੇ ਲਾਗੇ ਤੱਕ ਜਿਹੜੀ ਹੈ 65,000 ਕੁਝ ਇਹਦੇ ਵੋਟਾਂ ਦੌਰਾਨ ਦੇ ਵਿੱਚ ਮੇ ਵੀ ਸ਼ਾਇਦ ਇਸ ਸਮੇਂ ਤੇ ਮੇਰੀ ਅਕਾਊਂਟਿੰਗ ਚੋਰੀ ਅੱਗੇ ਪਿੱਛੇ ਹੋ ਸਕਦੀ ਹੈ। ਤੇ ਉਦੋਂ ਬਾਅਦ ਜੇ ਭਾਜਪਾ ਦੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਉਹਦੇ ਦੌਰਾਨ ਉਹਨੂੰ 1,65,000 ਦੇ ਕੁਝ ਸਮਥਿੰਗ ਨੇੜੇ ਤੇੜੇ ਵੋਟ ਆ, ਤੇ ਭਾਜਪਾ ਦੀ ਗੱਲ ਕਰਦੇ ਤਾਂ 1 ਲੱਖ ਜਿਹੜਾ 34 ਕੁਝ 35,000 ਕੁਝ ਸਮਥਿੰਗ ਅੰਕੜਾ ਨੇੜੇ ਆਉਂਦਾ। ਪਰ ਜੇ ਇਹ ਪਾਸੇ ਦੇਖਿਆ ਜਾਵੇ ਤਾਂ ਕੱਲੀ ਭਾਜਪਾ ਦੀ ਜਿਹੜੀ ਉਹ ਕਹਿੰਦੇ ਨੇ ਕਿ ਭਾਜਪਾ ਕਹਿੰਦੀ ਹੈ ਕਿ ਸਾਡੀ ਵੋਟ ਇਕੱਲੇ ਤੌਰ ਦੇ ਉੱਤੇ ਸਾਨੂੰ ਦੁੱਗਣੀ ਹੈ। ਬੇਸ਼ੱਕ ਇੱਕ ਜਲੰਧਰ ਕੇਂਦਰੀ
ਅਤੇ ਜਿਹੜਾ ਉੱਤਰੀ ਭਾਗ ਹੈ ਉਹਨੂੰ ਛੱਡ ਕੇ ਭਾਜਪਾ ਹਰ ਜਗ੍ਹਾ ਦੇ ਉੱਤੇ ਫਾਡੀ ਹੈ। ਠੀਕ ਹੈ ਜੀ, ਬਾਕੀ ਉੱਥੋਂ ਹੀ ਵੋਟਾਂ ਪਈਆਂ ਉਹਨੂੰ, ਬਾਕੀ ਸਾਰੀ ਜਗ੍ਹਾ ਤੋਂ ਫਾਡੀ ਰਹੀ ਹੈ ਭਾਜਪਾ। ਬਿਲਕੁਲ। ਪਰ ਉਹ ਜਿਹੜਾ ਹੁਣ ਕਹਿੰਦੇ ਵੀ ਸਾਡੀ ਵੋਟ ਦੁੱਗਣੀ ਹੋਈ ਹੈ, ਤੇ ਇਹਦੇ ਹਾਲ ਹੀ ਦੇ ਵਿੱਚ ਹਰਦੀਪ ਪੁਰੀ ਸਾਹਿਬ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦਾ ਇੱਕ ਬਿਆਨ ਆ ਗਿਆ ਤੇ ਉਹਨਾਂ ਨੇ ਸਿੱਧਾ ਅਕਾਲੀ ਦਲ ਦੇ ਆਗੂਆਂ ਨੂੰ ਸੱਦਾ ਦਿੱਤਾ। ਉਹ ਕਹਿੰਦੇ ਜੀ ਅਕਾਲੀ ਦਲ ਕੋਲ ਹੁਣ ਕੁਝ ਨਹੀਂ ਰਿਹਾ ਤੇ ਅਕਾਲੀ ਦਲ ਦੇ ਜਿਹੜੇ ਵੀ ਆਗੂ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਕਮਲ ਦਾ ਪੱਲਾ ਫੜ ਸਕਦੇ ਨੇ ਤੇ ਭਾਜਪਾ 'ਚ ਆ ਸਕਦੇ ਨੇ, ਤੇ ਜਿਹੜੇ ਚੰਗੇ ਆਗੂ ਨੇ ਤੇ ਜਿਹੜੇ ਮੰਦੇ ਹੋਣਗੇ ਉਹ ਕਿੱਥੇ ਜਾਣਗੇ? ਸਹੀ ਗੱਲ, ਸਵਾਲ ਇੱਥੇ ਖੜਾ। ਤੇ ਹੁਣ ਜੇ ਹਰਦੀਪ ਪੁਰੀ ਦੀ ਗੱਲ ਉਹ ਵੀ ਕਰਦੇ ਤੇ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਸਰਖ ਦੇ ਸਵਾਲ ਚੁੱਕੇ ਨੇ, ਉਹਦੇ 'ਚ ਚੰਗੇ ਲੀਡਰਾਂ ਦੀ ਗੱਲ ਕਿਹੜੇ, ਤਾਂ ਹੁਣ ਅਕਾਲੀ ਦਲ 'ਚ ਚੰਗੇ ਕਿਹੜੇ ਹੋਣਗੇ, ਮੰਦੇ ਕਿਹੜੇ ਹੋਣਗੇ, ਇਹਦਾ ਫੈਸਲਾ ਕੌਣ ਕਰੂਗਾ? ਇਹਦਾ ਫੈਸਲਾ ਕੌਣ ਕਰੂਗਾ? ਬਿਲਕੁਲ, ਕਿਉਂਕਿ ਆਪਣੇ ਆਪ ਤਾਂ ਕੋਈ ਇਸ ਚੀਜ਼ ਨੂੰ ਆਪਣੇ ਆਪ ਨੂੰ ਕੋਈ ਨਹੀਂ ਮੰਨਦਾ। ਦੇ ਹੁਣ ਅਸੀਂ ਗੱਲ ਕਰ ਲਈਏ ਦੂਜੇ ਪਾਸੇ ਇਹਦੀ ਇਹ ਪਿੱਛੇ ਹੁਣ ਕੱਲ ਜਿਹੜੀ ਭਾਜਪਾ ਦੀ ਗੱਲ ਪਹਿਲਾਂ ਹੀ ਕਰਦੇ ਆ, ਤਾਂ ਭਾਜਪਾ ਦੇ ਇਹ ਕੋਈ ਫੁੱਲਿਆ ਨਹੀਂ ਸਮਾਰੀ, ਪਰ ਭਾਜਪਾ ਨੂੰ ਦਿਖ ਰਿਹਾ ਹੈ ਕਿ ਸਾਨੂੰ ਉਹ ਕਹਿ ਰਹੇ ਨੇ ਕਿ ਅਸੀਂ ਗੱਠਜੋੜ ਨਹੀਂ ਕਰਨਾ। ਇਹ ਸਿਰਫ ਸਪਸ਼ਟ ਸ਼ਬਦਾਂ 'ਚ ਹਰਦੀਪ ਪੁਰੀ ਕੇਂਦਰੀ ਮੰਤਰੀ ਨੇ ਕਹਿ ਦਿੱਤਾ ਕਿ ਸੰਭਾਵਨਾ ਕੋਈ ਨਹੀਂ ਹੈ ਜੀ। ਪਰ ਹੁਣ ਦੇਖਿਆ ਜਾਵੇ ਤੁਸੀਂ ਅਕਾਲੀ ਦਲ ਨੂੰ ਸੱਦਾ ਵੀ ਦੇ ਰਹੇ ਹੋ, ਗੱਲ ਇੱਥੇ ਵੀ ਤਾਂ ਖੜ ਗਈ ਨਾ, ਸੱਦਾ ਵੀ ਤਾਂ ਦੇ ਰਹੇ ਹੋ, ਤਾਂ ਸੱਦਾ ਇਹਦਾ ਮਤਲਬ ਹੈ ਤੁਸੀਂ ਅਕਾਲੀ ਦਲ ਦੀ ਵੋਟ ਤੇ ਹੀ ਜਿੱਤੋਗੇ ਨਾ। ਜਿੱਤੋਗੇ, ਬਿਲਕੁਲ। ਅਕਾਲੀ ਦਲ ਦੀ ਵੋਟ, ਅਕਾਲੀ ਦਲ ਦੇ ਆਗੂਆਂ ਨੂੰ ਲੈ ਕੇ ਉਹਨਾਂ ਦੀ ਵੋਟ ਉਹਨਾਂ ਦੇ ਨਾਲ ਆਊਗੀ ਤੇ ਉਹ, ਹਾਂ ਬਿਲਕੁਲ। ਪਿੱਛੇ ਜੇ ਤੁਸੀਂ ਚਰਨਜੀਤ ਸਿੰਘ ਅਟਵਾਲ ਵੋਟਾਂ ਤੋਂ ਪਹਿਲਾਂ ਉਹਦੇ 'ਚ ਦਾਖਲ ਹੋ ਕੇ ਜਦ ਕਿ ਸਪੀਕਰ ਰਹੇ ਨੇ ਅਕਾਲੀ ਦਲ ਦੇ ਬਹੁਤ ਮਜ਼ਬੂਤ ਔਰ ਬਹੁਤ ਨਾਮਵਰ ਸ਼ਖਸੀਅਤ ਸੀ ਚਰਨਜੀਤ ਸਿੰਘ ਅਟਵਾਲ, ਤੇ ਉਸ ਤੋਂ ਬਾਅਦ ਜਿਹੜੀ ਬੀਬੀ ਜਗੀਰ ਕੌਰ ਉਹਨੇ ਸਮਰਥਨ ਕਰਤਾ, ਤਾਂ ਉਹ ਜਿੱਤ ਤਾਂ ਉਹਨਾਂ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਰਹੀ ਹੈ ਨਾ, ਨਾਲ ਹੀ ਰਹੀ ਹੈ, ਤੇ ਉਹਨੂੰ ਅਕਾਲੀ ਦਲ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬੈਕਅਪ ਜਾਂ ਸਪੋਰਟ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਉਹਦੀ ਗੱਠਜੋੜ ਦੀ ਗੱਲ ਨਹੀਂ ਕਰ ਰਹੇ ਵੀ ਅਸੀਂ ਗੱਠਜੋੜ ਨਹੀਂ ਕਰਨਾ, ਕਿਉਂਕਿ ਜੇ ਗੱਠਜੋੜ ਕਰਨਗੇ ਤਾਂ ਜਿਹੜੀ ਅਕਾਲੀ ਦਲ ਹੈ ਉਹ ਖੇਤਰੀ ਪਾਰਟੀ ਹੈ। ਬਿਲਕੁਲ ਠੀਕ ਹੈ, ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਹੈ। ਆਮ ਆਦਮੀ ਪਾਰਟੀ ਖੇਤਰੀ ਪਾਰਟੀ ਨਹੀਂ ਹੈਗੀ, ਕਾਂਗਰਸ ਖੇਤਰੀ ਪਾਰਟੀ ਨਹੀਂ ਹੈਗੀ, ਠੀਕ ਹੈ ਜੀ, ਪਰ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਉਹਦੇ 'ਚ ਜਿਹਨੇ ਕਿ 200 ਗੱਲ ਕਹੇ 100 ਸਾਲ ਦਾ ਇਤਿਹਾਸ ਅਕਾਲੀ ਦਲ ਦਾ ਹੋ ਚੁੱਕਿਆ। ਬੇਸ਼ੱਕ ਕੁਝ ਉਣਤਾਈਆਂ ਬਹੁਤ ਜ਼ਿਆਦਾ ਆ ਗਈਆਂ ਉਹਦੇ ਵਿੱਚ, ਪਰ ਉਹ ਅਲੱਗ ਗੱਲ ਹੈ। ਪਰ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਜੇਕਰ ਖੇਤਰੀ ਪਾਰਟੀ ਨਹੀਂ ਹੋਊਗੀ ਤਾਂ ਦੂਜੀਆਂ ਪਾਰਟੀਆਂ ਤੁਹਾਡੇ ਤੇ ਪੰਜਾਬੀਆਂ ਦੇ ਉੱਤੇ ਰਾਜ ਹਮੇਸ਼ਾ ਕਰਦੀਆਂ ਰਹਿਣਗੀਆਂ। ਇੱਕ ਚੀਜ਼। ਦੂਜੀ ਚੀਜ਼, ਹੁਣ ਭਾਜਪਾ ਕਹਿੰਦੀ ਵੀ ਅਸੀਂ ਜਿੱਤ ਸਕਦੇ ਹਾਂ, ਤੇ ਜਿੱਤ ਸਕਦੇ ਫਿਰ ਇਕੱਲੇ ਵੋਟਾਂ ਲੜੋ, ਫਿਰ ਅਕਾਲੀ ਦਲ ਨੂੰ ਸੱਦਾ ਕਿਉਂ ਦਿੱਤਾ ਜਾ ਰਿਹਾ? ਅਕਾਲੀ ਦਲ ਦੇ ਵਰਕਰ ਟੁੱਟਣਗੇ, ਪਰ ਹੁਣ ਦੇਖਣਾ ਇਹ ਵਾਲੀ ਗੱਲ ਹੋਏਗੀ ਕਿ ਅਕਾਲੀ ਦਲ ਦੇ ਕਿੰਨੇ ਵਰਕਰ ਨੇ ਜਿਹੜੇ ਆਪਾਂ ਨੂੰ ਚੰਗੇ ਗਿਣਦੇ ਨੇ ਤੇ ਉੱਤੇ ਜਾਣਗੇ। ਹਾਂ ਬਿਲਕੁਲ, ਇੱਕ ਚੀਜ਼। ਦੂਜੇ ਪਾਸੇ ਹੁਣ ਜੇ ਆਪਾਂ ਅਗਲੇ ਪਾਸੇ ਆ ਜਾਂਦੇ ਆ ਤਾਂ ਭਾਜਪਾ ਦੇ ਵਿੱਚ ਬੇਸ਼ੱਕ ਭਾਜਪਾ ਹੁਣ ਆਪਣੇ ਇਹ ਕਰਨਾਟਕਾ ਦੀ ਹਾਰ ਤੋਂ ਬਾਅਦ ਤੇ ਜਿਮਨੀ ਚੋਣਾਂ ਦੀ ਹਾਰ ਤੋਂ ਬਾਅਦ ਉਹਨਾਂ ਨੇ ਆਪਣਾ ਮੰਥਨ ਕਰਨਾ ਸ਼ੁਰੂ ਕਰਤਾ ਜੀ। ਬੇਸ਼ੱਕ ਆਮ ਆਦਮੀ ਪਾਰਟੀ ਕੁਝ ਅਵੇਸਲੀ ਹੋ ਗਈ ਹੈ ਇਸ ਚੀਜ਼ ਦੇ ਵਿੱਚ, ਦਿਖਦੇ ਆ ਕਿ ਉਹਨਾਂ ਨੇ ਆਪਣੀਆਂ ਜਿਹੜੇ ਕੰਮ ਨੇ ਜੀ ਇਹ ਕਰ ਦਾਂਗੇ ਉਹ ਕਰ ਦਾਂਗੇ, ਹਾਲਾਂਕਿ ਬਿਜਲੀ ਦੀਆਂ ਦਰਾਂ ਵਧੀਆਂ ਨੇ, ਉਹਦੇ ਨਾਲ ਹੀ ਕਈ ਚੀਜ਼ਾਂ ਦਾ ਫਰਕ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲੇਗਾ। ਤੇ ਉਹਦੇ ਵਿੱਚ ਹੁਣ ਸਾਰਾ ਕੁਝ ਪਾਸੇ ਦੇਖਦੇ ਹੋਏ ਇਹ ਚੀਜ਼ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਕਿ ਭਾਜਪਾ ਨੇ ਆਪਣਾ ਮੰਥਨ ਸ਼ੁਰੂ ਕਰ ਦਿੱਤਾ, ਕਿਉਂਕਿ ਭਾਜਪਾ ਨੂੰ ਦਿਖਦਾ ਕਿ ਅਸੀਂ 24 ਦੀਆਂ ਚੋਣਾਂ ਜਿੱਤਣੀਆਂ ਨੇ ਤਾਂ ਸਾਨੂੰ ਉਹਦੇ ਲਈ ਕੰਮ ਕਰਨਾ ਪਏਗਾ। ਹੁਣ ਜੇ ਗੱਲ ਕਰੀਏ ਭਾਜਪਾ ਦੇ ਹਾਰਾਂ ਦੀ ਤੇ ਭਾਜਪਾ ਦੇ ਮਰਕੇ ਦੇ ਜਿਹੜੇ ਪਿੱਛੇ ਜਾਣ ਦੇ ਹਰਕਤਾਂ ਵੀ ਕੰਮ ਕਾਰਨ ਕੀ ਰਹੇ ਨੇ, ਤਾਂ ਉਹਦੇ ਵਿੱਚ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਆ ਕਿ ਕੇਂਦਰੀ ਮੰਤਰੀ ਬੁਲਾਏ ਗਏ ਸੀ ਇੱਥੇ, ਹਰਦੀਪ ਪੁਰੀ ਵੀ ਆਏ ਸੀ, ਰੁਪਾਣੀ ਸਾਹਿਬ ਵੀ ਆਏ ਸੀ, ਤੇ ਹੋਰ ਕਈ ਮੰਤਰੀ ਵੀ ਇੱਥੇ ਪਹੁੰਚੇ ਸੀਗੇ ਭਾਜਪਾ ਦੇ। ਪਰ ਉਹਨਾਂ ਦਾ ਗੱਲ ਇਹ ਰਹੀ ਕਿ ਕੇਂਦਰੀ ਮੰਤਰੀ ਜਿਹੜੇ ਸੀ ਉਹ ਹੋਟਲਾਂ ਦੇ ਕਮਰਿਆਂ ਤੱਕ ਬੁੱਕ, ਜਿਹੜਾ ਉਹਨਾਂ ਦਾ ਤਰੀਕਾ ਸੀ ਜਾਂ ਉਹਨਾਂ ਦਾ ਤਜਰਬਾ ਸੀ ਉਹ ਹੋਟਲਾਂ ਦੇ ਕਮਰਿਆਂ ਤੱਕ ਸੀਮਤ ਰਹਿ ਗਿਆ। ਅੱਛਾ, ਉਹ ਤੋਂ ਬਾਅਦ ਜਿਹੜਾ ਲੋਕਾਂ ਨੂੰ ਉਹਨਾਂ ਨੇ ਦੱਸਿਆ, ਇੱਥੇ ਦੇ ਨੇਤਾਵਾਂ ਨੂੰ, ਜਿਹੜੇ ਸਥਾਨਕ ਨੇਤਾ ਸੀ ਉਹਨਾਂ ਨੂੰ ਦੱਸਿਆ ਗਿਆ ਵੀ ਇੱਦਾਂ ਕਰ ਸਕਦੇ ਹੋ, ਇੱਦਾਂ ਕਰ ਸਕਦੇ ਹੋ, ਪਰ ਉਹਨਾਂ ਨੂੰ ਉਹਦੇ ਉੱਤੇ ਕਿਸੇ ਵੀ ਤਰੀਕੇ ਨਾਲ ਉਹਦੇ ਉੱਤੇ ਲਾਗੂ ਨਹੀਂ ਕੀਤਾ ਗਿਆ। ਕੇਂਦਰੀ ਜਿਹੜੇ ਇੱਥੇ ਸਥਾਨਕ ਨੇਤਾ ਸੀ ਉਹਨਾਂ ਨੇ ਉਸ ਚੀਜ਼ ਉੱਤੇ ਕੋਈ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਫੋਕਸ ਹੈ ਉਹ ਨਹੀਂ ਕਰਿਆ, ਇਹ ਚੀਜ਼ ਹੋ ਗਈ। ਤੇ ਉਹ ਤੋਂ ਬਾਅਦ ਜੇ ਹੁਣ ਅਸੀਂ ਗੱਲ ਕਰਦੇ ਆ, ਉਹ ਤੋਂ ਬਾਅਦ ਜੇ ਜਿਹੜੀਆਂ ਚੋਣਾਂ ਨੇ ਹੁਣ ਲੋਕਲ ਬੋਡੀ ਦਾ ਚੋਣਾਂ ਹੋਣ ਵਾਲੀਆਂ 23 ਦੇ ਵਿੱਚ ਸਰਪੰਚੀ ਦੀ ਚੋਣ ਵੀ ਹੋ ਜਾਣੀ ਹੈ। ਹਾਂਜੀ ਠੀਕ ਹੈ ਜੀ, ਉਹ ਸਾਰੀਆਂ ਵੋਟਾਂ ਜਾਂ ਕੌਂਸਲਰ ਦੀਆਂ ਚੋਣਾਂ ਸਾਰੀਆਂ ਵੋਟਾਂ ਇਸ ਵੇਲੇ ਆ ਜਾਣੀਆਂ ਨੇ ਹੁਣ। ਤਾਂ ਇਹਨਾਂ ਦੇ ਦੌਰਾਨ ਦੇ ਵਿੱਚ ਉਹਨਾਂ ਨੂੰ ਇਹ ਸੀ ਕਿ ਲੋਕਲ ਅੱਧੇ ਜੇ ਅਸੀਂ ਇਹ ਜਿੱਤ ਜੰਨੇ ਆ ਤਾਂ ਲੋਕਲ ਬੋਡੀ ਦੇ ਲੋਕ ਜ਼ੋਰ ਲਾ ਰਹੇ ਸੀ, ਪਰ ਉਹ ਸਿਰਫ ਆਪਣੇ ਟਿਕਟਾਂ ਲੈਣ ਦੀ ਖਾਤਰ ਜ਼ੋਰ ਲਾ ਰਹੇ ਸੀ, ਪਰ ਦੂਜੇ ਪਾਸੇ ਕਿਤੇ ਜ਼ੋਰ ਨਹੀਂ ਸੀ ਲਾ ਰਹੇ। ਉਹਨਾਂ ਵਿੱਚ ਪ੍ਰਚਾਰ ਦੀ ਕਮੀ ਇਸ ਚੀਜ਼ ਦੇ ਉੱਤੇ ਖੜੀ ਸੀ। ਤੇ ਜੇ ਅਸੀਂ ਉਸ ਤੋਂ ਅੱਗੇ ਗੱਲ ਕਰਦੇ ਕਿ ਨੂੰ ਐਸੀ ਵੀ ਮੈਂ ਟਿਕਟ ਜੇ ਜਿੱਤ ਜਾਂਦੀ ਤਾਂ ਮੈਨੂੰ ਟਿਕਟ ਮੇਰਾ ਪੱਕਾ ਹੋ ਜਾਊਗਾ, ਇਹ ਚੀਜ਼ਾਂ ਉੱਤੇ ਜ਼ੋਰ ਲੱਗਿਆ। ਤੇ ਤੀਸਰਾ ਉਹਦੇ 'ਚ ਗੱਲ ਕਰਦੇ ਤਾਂ ਜਨ ਸੰਪਰਕ ਦੀ, ਜੇ ਉਹਦੇ 'ਚ ਅਸੀਂ ਇਹਨਾਂ ਦੇ ਵਿੱਚ ਘਾਟ ਇਹ ਰਹੀ ਕਿ ਆਮ ਆਦਮੀ ਜਿਹੜੀ ਭਾਜਪਾ ਸੀ ਉਹਨੇ ਲੋਕਾਂ ਤੱਕ ਸੰਪਰਕ ਨਹੀਂ ਕਰ ਪਾਇਆ, ਪੂਰੇ ਤਰੀਕੇ ਨਾਲ ਸੰਪਰਕ ਨਹੀਂ ਕਰ ਪਾਏ, ਜਦ ਕਿ ਕੇਂਦਰੀ ਮੰਤਰੀ ਜਿਹੜੇ ਸੀ ਉਹ ਜ਼ੋਰ ਲਾ ਕੇ ਘਰ ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ, ਪਰ ਸਥਾਨਕ ਨੇਤਾਵਾਂ ਨੇ ਉਹਨਾਂ ਦਾ ਜਦੋਂ, ਕਿਉਂਕਿ ਹੁਣ ਹਰੇਕ ਜਗ੍ਹਾ ਤੇ ਹਰੇਕ ਗਲੀ 'ਚ ਤਾਂ ਜਾ ਨਹੀਂ ਸਕਦੇ ਸੀ, ਪਰ ਸਥਾਨਕ ਨੇਤਾਵਾਂ ਨੇ ਉਹਨਾਂ ਦਾ ਉੱਥੇ ਜਾ ਕੇ ਪੂਰੇ ਤਰੀਕੇ ਨਾਲ ਸਾਥ ਦੇ ਕੇ ਉਹਨਾਂ ਦੀ ਜਿਹੜੀ ਖਾਲੀ ਜਗ੍ਹਾ ਸੀ ਉਹ ਪੂਰੀ ਨਹੀਂ ਕੀਤੀ।
ਉੱਥੇ ਸੰਪਰਕ ਟੁੱਟ ਗਿਆ ਤੇ ਆਮ ਚੀਜ਼ਾਂ ਤੋਂ ਫਰਕ ਹੋਈ। ਅਗਲੀ ਗੱਲ ਇਹ ਜੀ, ਭਾਜਪਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਪੂਰੀ ਤਰੀਕੇ ਨਾਲ ਐਕਟਿਵ ਨਹੀਂ ਹੋ ਪਾਈ ਤੇ ਛੋਟੀਆਂ ਰੈਲੀਆਂ ਵੀ ਜਿਹੜੀਆਂ ਸੀ ਹਲਕਾ ਪਾਰਟੀ ਜਿਹੜੀ ਉਹਦੇ ਸੋਸ਼ਲ ਮੀਡੀਆ ਤੇ ਪਾਉਂਦੀ ਰਹੀ, ਪਰ ਭਾਜਪਾ ਦੀਆਂ ਵੱਡੀਆਂ ਵੀ ਜਿਹੜੇ ਮੀਟਿੰਗਾਂ ਵੀ ਸੀਗੀਆਂ ਜਾਂ ਨੁੱਕੜ ਜਾਂ ਚੋਣ ਪ੍ਰਚਾਰ ਸੀਗੇ ਉਹ ਕਿਤੇ ਨਾ ਕਿਤੇ ਹਾਂ ਉਹਦੇ ਤੇ ਸੋਸ਼ਲ ਮੀਡੀਆ ਤੇ ਨਹੀਂ ਕਰ ਪਾਈ, ਔਰ ਯੂਥ ਨਾਲ ਉਹ ਆਪਣੇ ਆਪ ਨੂੰ ਜੋੜ ਨਹੀਂ ਪਾਈ। ਯੂਥ ਦਾ ਸੰਪਰਕ ਅੱਜ ਕੱਲ੍ਹ ਯੂਥ ਜਿਹੜਾ ਸੋਸ਼ਲ ਮੀਡੀਆ ਤੇ ਘੁੰਮਦਾ ਸਾਰਾ, ਤਾਂ ਇਸ ਕਰਕੇ ਯੂਥ ਨੂੰ ਨਹੀਂ ਜੋੜ ਪਾਈ ਆਪਸ ਦੇ ਵਿੱਚ, ਤੇ ਇਹ ਯਾਤਰਾਈਆਂ ਰਹੀਆਂ ਤੇ ਕੁਝ ਜਿਹੜੀਆਂ ਪਕੜ ਉਹਨਾਂ ਦੀ ਬਹੁਤ ਜ਼ਿਆਦਾ ਯੂਥ ਦੇ ਉੱਤੇ ਢਿੱਲੀ ਆ ਤੇ ਮਜ਼ਬੂਤ ਕਰਨ ਦੀ ਜ਼ਰੂਰਤ ਪਊਗੀ। ਪਰ ਅਕਾਲੀ ਦਲ ਜੇ ਦੂਜੇ ਪਾਸੇ ਦੇਖ ਲਈਏ ਤਾਂ ਚੋਣ ਪ੍ਰਚਾਰ ਚੋਣ ਦੀ ਕਮੀ ਰਹੀ, ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਣਾ ਵੀ ਕਿਤੇ ਨਾ ਕਿਤੇ ਵੋਟਾਂ ਤੋਂ ਵਾਂਝੇ ਰਹਿਣ ਦਾ ਕਾਰਨ ਹੈ ਜੀ। ਉਹ ਪ੍ਰਚਾਰ 'ਚ ਕਮੀ ਕਰੀ ਤੇ ਦੂਜੇ ਪਾਸੇ ਉਹਨਾਂ ਦੀ ਆਪਸੀ ਜਿਹੜੀਆਂ ਨੇ ਫੁੱਟਪਾਥ ਜਿਹੜੀ ਜੇ ਕਈ ਚੀਜ਼ਾਂ 'ਚ ਅਕਾਲੀ ਦਲ ਵੱਟ ਗਿਆ ਉਹਨੇ ਵੀ ਉਹਨੂੰ ਕਮੀਆਂ ਕੀਤੀਆਂ ਨੇ। ਤੇ ਉਹ ਤੋਂ ਇਲਾਵਾ ਜੇ ਆਪਾਂ ਦੂਜੇ ਪਾਸੇ ਦੇਖ ਲੈਣ ਤੇ ਅਕਾਲੀ ਦਲ ਦੇ ਵਿੱਚ ਇਸ ਵੇਲੇ ਕੁਝ ਬਗਾਵਤੀ ਸੁਰਾਂ ਵੀ ਚੱਲ ਰਹੀਆਂ ਨੇ ਤੇ ਆਪਸੀ ਉਹਦੇ ਕਰਕੇ ਸਭ ਤੋਂ ਵੱਡੀ ਜਿਹੜੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਪ ਨੂੰ ਢਾਲ ਵਾਲੀ ਇਸ ਗੱਲ ਦੇ ਵਿੱਚ ਜਦੋਂ ਅਕਾਲੀ ਦਲ ਲਈ ਪ੍ਰਚਾਰ ਦੇ ਉੱਤੇ ਉਤਰੇ ਜੀ। ਇਹ ਜਦ ਕਿ ਪ੍ਰਧਾਨ ਨੂੰ ਇਹ ਪ੍ਰਚਾਰ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਵਾਸਤੇ ਬਣਦਾ ਨਹੀਂ, ਕਿਉਂਕਿ ਉਹ ਇੱਕ ਧਾਰਮਿਕ ਸੰਸਥਾ ਹੈ। ਜਥੇਦਾਰ ਅਕਾਲ ਤਖਤ ਨੂੰ ਉਸ ਵਿੱਚ ਨਹੀਂ ਆਉਣਾ ਚਾਹੀਦਾ, ਉਹ ਇੱਕ ਧਾਰਮਿਕ ਸੰਸਥਾ ਹੈ। ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ ਇਸ ਚੀਜ਼ ਤੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਉਹਨਾਂ ਵਾਸਤੇ ਢਾਹ ਦੀ ਗੱਲ ਸੀ। ਇਹ ਉਹਨਾਂ ਨੇ ਆਪਣਾ ਅਕਸ ਹੀ ਖਰਾਬ ਕੀਤਾ ਬਕਾਇਦਾ ਉਹਨਾਂ ਨੂੰ। ਇਸ ਕਰਕੇ ਲੋਕਾਂ ਵਾਸਤੇ ਵੀ ਕਿਆਸਰਾਈਆਂ ਦਾ ਕਾਰਨ ਇਸ ਕਰਕੇ ਹੀ ਬਣਦੇ ਨੇ ਕਿਉਂਕਿ ਇਹ ਆਮ ਚੀਜ਼ਾਂ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ, ਕਿਤੇ ਨਾ ਕਿਤੇ ਆਪਣੇ ਅਹੁਦੇ ਦੀ ਲਿਹਾਜ਼ ਨਹੀਂ ਕਰਦੇ ਜੀ। ਉਹਨਾਂ ਨੂੰ ਅਕਸ ਆਪਣਾ ਖਰਾਬ ਹੀ ਕੀਤਾ, ਪਰ ਉਹਦੇ ਲਈ ਉਹਨਾਂ ਨੂੰ ਚੰਗਾ ਅਕਸ ਉਹਨਾਂ ਦਾ ਨਹੀਂ ਦੇਖਿਆ ਗਿਆ ਕਿਉਂਕਿ ਉਹ ਇੱਕ ਧਾਰਮਿਕ ਸੰਸਥਾ ਦੇ ਹੋਣ ਬਾਵਜੂਦ ਸੀ। ਪਰ ਉਹਦੇ ਦੇ ਅਕਾਲੀ ਦਲ ਦੇ ਵਾਸਤੇ ਹੁਣ ਇਹ ਚੀਜ਼ਾਂ ਕਿ ਅਕਾਲੀ ਦਲ ਨੂੰ ਜੇ ਅੱਜ ਅਕਾਲੀ ਦਲ ਨੇ ਕਿਸੇ ਮੁਕਾਮ ਤੇ ਖੜਨਾ ਤਾਂ ਅਕਾਲੀ ਦਲ ਨੂੰ ਆਮ ਲੋਕਾਂ ਦੇ ਮੁੱਦੇ ਚੱਕ ਕੇ ਔਰ ਉਹਨਾਂ ਨੂੰ ਪ੍ਰੋਟੈਸਟ ਕਰਨਾ ਪਊਗਾ। ਜੇ ਬਗਾਵਤੀ ਸੁਰਾਂ ਚੱਲਦੀਆਂ ਨੇ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਵੀ ਛੱਡਣੀ ਪੈ ਸਕਦੀ ਹੈ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪਰ ਸੁਖਬੀਰ ਬਾਦਲ ਤੋਂ ਬਿਨਾਂ ਇਹਨਾਂ ਕੋਲ ਬਦਲ ਵੀ ਕੋਈ ਨਹੀਂ। ਜੇ ਬ੍ਰਹਮਪੁਰੇ ਦੀ ਗੱਲ ਕਰੀਏ ਅਕਾਲੀ ਦਲ ਛੱਡ ਕੇ ਗਏ ਦੁਬਾਰਾ ਵਾਪਸ ਹੋ ਗਏ। ਜੇ ਸੁਖਦੇਵ ਸਿੰਘ ਢੀਂਡਸੇ ਦੀ ਗੱਲ ਕਰੀਏ ਤਾਂ ਦੇਖਿਆ ਜਾਵੇ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਗਏ। ਠੀਕ ਹੈ ਜੀ। ਦੇ ਹੋਰ ਵੀ ਕਈ ਲੀਡਰ ਇਹੋ ਜਿਹੇ ਨੇ ਜਿਨ੍ਹਾਂ ਨੇ ਅਕਾਲੀ ਦਲ ਨਾਲ ਉਸ ਤੋਂ ਛੱਡ ਕੇ ਗਏ ਜਾਂ ਉਹਦੇ ਨਾਲ ਜੁੜੇ, ਪਰ ਉਹਨਾਂ ਕੋਲੇ ਇੱਕ ਹੋਰ ਸਵਾਲ ਮੈਂ ਇਹ ਚੀਜ਼ ਨਹੀਂ ਹੋ ਸਕਦੀ। ਇੱਕ ਚੀਜ਼ ਹੋਰ ਪੁੱਛੂੰਗੀ, ਜਿਵੇਂ ਕਿ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਆਪਾਂ, ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਆਮ ਆਦਮੀ ਆ, ਆਮ ਘਰ ਦੇ ਵਿੱਚ ਉੱਠਿਆ ਹੋਇਆ ਤੇ ਮੈਂ ਲੋਕਾਂ 'ਚ ਆਮ ਤਰੀਕੇ ਨਾਲ ਵਿਚਰਾਂਗਾ। ਕਿਤੇ ਨਾ ਕਿਤੇ ਲੋਕਾਂ ਨੂੰ ਫਾਇਦੇ ਬਹੁਤ ਦਿੱਤੇ, ਆਮ ਲੋਕਾਂ ਦੇ ਵਾਂਗ ਮਤਲਬ ਕਿ ਹਰ ਚੀਜ਼ ਨੂੰ ਗਰਾਊਂਡ ਰਿਪੋਰਟ ਕਰਕੇ ਦੇਖਿਆ ਹੈ ਨਾ, ਗਰਾਊਂਡ ਰਿਪੋਰਟਿੰਗ ਦੇ ਹਿਸਾਬ ਦੇ ਨਾਲ ਹਰ ਲੋਕਾਂ ਦੀਆਂ ਸਹੂਲਤਾਂ ਦੀ ਖਿਆਲ ਰੱਖਿਆ, ਬਹੁਤ ਸਾਰੀਆਂ ਬਿਜਲੀ ਦੀਆਂ ਚੀਜ਼ਾਂ ਲਾ ਲਓ ਜਾਂ ਹੋਰ ਕਈ ਮੁੱਦੇ ਜਿਹੜੇ ਚੱਕੇ ਨੇ, ਲੋਕਾਂ ਨੂੰ ਕਾਫੀ ਸਹੂਲਤਾਂ ਪ੍ਰਦਾਨ ਕੀਤੀਆਂ ਨੇ। ਬਟ ਗੱਲ ਇੱਥੇ ਹੋ ਰਹੀ ਹੈ ਕਿ ਆਮ ਆਦਮੀ ਦੀ ਗੱਲ ਜੇ ਕੀਤੀ ਜਾਵੇ ਵੀ ਜਦੋਂ ਵੀ ਕੋਈ ਫੰਕਸ਼ਨ ਹੁੰਦਾ, ਜਦੋਂ ਵੀ ਪ੍ਰਧਾਨ ਮੰਤਰੀ ਕਿਤੇ ਪਹੁੰਚਦੇ ਨੇ, ਪ੍ਰਧਾਨ ਮੰਤਰੀ ਦੇ ਹੁੰਦੇ ਹੀ ਜਾਂ ਉਹਨਾਂ ਦੇ ਉੱਥੇ ਪਹੁੰਚਦੇ ਹੀ ਗੱਡੀਆਂ ਦੇ ਕਾਫਲੇ ਜਿਹੜੇ ਨੇ ਹੁੰਦੇ ਨੇ, ਨਾਲ Z+ ਸਿਕਿਉਰਿਟੀ ਹੁੰਦੀ ਹੈ, ਉਹਨਾਂ ਦੀ ਘਰਵਾਲੀ ਦੇ ਨਾਲ 100 ਬੰਦਾ ਹੁੰਦਾ ਹੈ, ਉਹਨਾਂ ਦੀ ਭੈਣ ਦੇ ਨਾਲ ਵੀ ਕਿਤੇ ਨਾ ਕਿਤੇ ਹੁੰਦਾ, ਮਾਂ ਦੇ ਨਾਲ ਵੀ ਜਾਂਦਾ ਹੈ। ਇਹ ਕਿਉਂ? ਇਹ ਕਿਆਸ ਰਾਈਆਂ ਲੋਕਾਂ ਦੇ ਵੱਲੋਂ ਜਾਂ ਕਾਫੀ ਸਾਰੇ ਸੂਤਰ ਜਿਹੜੇ ਸੀ ਉਹਨਾਂ ਦੇ ਸਵਾਲ ਅੱਜ ਮੈਂ ਦੇਖ ਰਹੀ ਸੀ ਤੇ ਉਹ ਕਹਿੰਦੇ ਵੀ ਆਮ ਆਦਮੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਹੈ ਉਹਨੇ ਕਿਹਾ ਸੀ ਕਿ ਮੈਂ ਲੋਕਾਂ ਦੇ ਕੰਮ ਆਮ ਆਦਮੀ ਦੀ ਤਰ੍ਹਾਂ ਕਰਾਂਗਾ, ਉਹ ਵਿਚਰਦਾ ਆਮ ਆਦਮੀ ਦੀ ਤਰ੍ਹਾਂ ਕਿਉਂ ਨਹੀਂ ਹੈ? ਉਹ ਗੱਡੀਆਂ ਦੇ ਵਿੱਚ, ਚਲੋ ਠੀਕ ਹੈ, ਗੱਡੀਆਂ ਦੇ ਵਿੱਚ ਆਉਣਾ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਚਲੋ ਇੱਕ ਅਹੁਦਾ ਉਹਨਾਂ ਨੂੰ ਮਿਲਿਆ ਹੋਇਆ ਤਾਂ ਉਹਨਾਂ ਨੂੰ ਪਹੁੰਚਣਾ ਪੈਂਦਾ, ਪਰ ਸਿਕਿਉਰਿਟੀ, ਆਮ ਆਦਮੀ ਦੀ ਤਰ੍ਹਾਂ ਵਿਚਰਨਾ ਜਾਂ ਫਿਰ ਕਾਫਲੇ ਜਿਹੜੇ ਨੇ ਇਕੱਠ ਹੋਣਾ, ਰੋਕ ਲੱਗ ਜਾਣੀ, ਸੜਕਾਂ ਦੇ ਜਾਮ ਹੋ ਜਾਣੇ, ਕਿਉਂ? ਇੱਕ ਤਾਂ ਜੀ ਇਹ ਜਿਹੜਾ ਸਾਡਾ ਭਾਰਤ ਦੇਸ਼ ਹੈ ਨਾ, ਇੱਥੇ ਜਿੰਨੇ ਕੁ ਵੀ ਅਸੀਂ ਲੋਕਾਂ ਦੀ ਗੱਲ ਕਰ ਲਈਏ ਤਾਂ ਕੋਈ ਬੰਦਾ ਮਤਲਬ ਕਿ ਸਾਰੇ ਬੰਦਿਆਂ ਨੂੰ ਖੁਸ਼ ਨਹੀਂ ਕਰ ਸਕਦਾ। ਇੱਕ ਚੀਜ਼ ਪਹਿਲੀ ਇਹੀ ਹੈ। ਦੂਜੀ ਇਹ ਗੱਲ ਖੜੀ ਹੈ ਕਿ ਉਹਨਾਂ ਦਾ ਜਿਹੜਾ ਕਾਫਲਾ ਸੀ, ਬੇਸ਼ੱਕ ਆਮ ਆਦਮੀ ਪਾਰਟੀ ਕਰੀ ਸੀ ਅਸੀਂ VIP ਕਲਚਰ ਖਤਮ ਕਰ ਦਾਂਗੇ, ਖਤਮ ਕਰਨਾ, ਠੀਕ ਹੈ, ਗੱਡੀਆਂ ਦੇ ਲਾਲ ਬੱਤੀਆਂ ਇਹ ਉਹ ਬੇਸ਼ੱਕ ਖਤਮ ਹੋ ਗਿਆ, ਪਰ ਉਹ ਆਪਣੇ ਵੱਲੋਂ ਸਾਰਾ ਕੁਝ ਆਪੋਜ਼ਿਟ ਕਰ ਰਹੇ ਨੇ। ਪਰ ਉਹਨਾਂ ਦਾ ਜਿਹੜਾ ਕਾਫਲਾ ਜਿਹੜਾ ਉਹ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਿਆ। ਠੀਕ ਹੈ ਜੀ, ਕੁਝ ਹੱਦ ਤੱਕ ਜ਼ਿਆਦਾ ਉਸ ਤੋਂ ਵੱਧਦਾ ਨਜ਼ਰ ਆ ਰਿਹਾ। ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਇਆ ਸੀ ਵੀ ਕਿਤੇ ਨਾ ਕਿਤੇ ਜੇ ਇਹੀ ਚੱਲਦਾ ਰਿਹਾ ਤਾਂ ਪੰਜਾਬ ਸਾਰਾ ਪਿੱਛੇ ਲਾ ਲੂਗਾ ਤੇ ਪਿੱਛੇ ਬਚਿਆ ਕਿ ਰਾਜ ਕਿਤੇ ਕਰਨਾ ਨੇ ਜੇ ਸਾਰੇ ਸਿਕਿਉਰਿਟੀ ਤੇ ਲੱਗੇ ਜੀ। ਇਸੇ ਕਰਕੇ ਹੁਣ ਉਹ ਦੇਖਣ ਵਾਲੀ ਗੱਲ ਇੱਥੇ ਖੜਦਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਬੇਸ਼ੱਕ ਭਗਵੰਤ ਮਾਨ ਕਹਿੰਦਾ ਮੈਂ ਆਮ ਲੋਕ ਘਰ ਚੋਂ ਉੱਠਿਆ ਹੋਇਆ ਇੱਕ ਇਨਸਾਨ ਆ, ਬੇਸ਼ੱਕ ਗੱਲ ਵੀ ਚਲੋ ਆਪਣੀ ਜਗ੍ਹਾ ਤੇ ਠੀਕ ਵੀ ਆ। ਅਸੀਂ ਉਹਨਾਂ ਨੂੰ ਪਹਿਲਾਂ ਵੀ ਦੇਖਿਆ ਕਿ ਪਹਿਲੇ ਇੱਕ ਉਹ ਕਲਾਕਾਰ ਰਹੇ ਨੇ, ਕਮੇਡੀਅਨ, ਕਾਫੀ ਬਹੁਤ ਕਿੰਗ ਰਹੇ ਨੇ, ਉਹ ਜਿਹੜੇ ਕਮੇਡੀਅਨ ਦੇ ਵਿੱਚ ਸ਼ੋਅ ਚੱਲਦੇ ਨੇ ਉਹਨਾਂ ਤੋਂ ਜਿੱਤੇ ਵੀ ਹੋਏ, ਨਾਮਣਾ ਖੱਟਿਆ ਹੋਇਆ ਬਹੁਤ ਜ਼ਿਆਦਾ। ਠੀਕ ਹੈ ਜੀ, ਕਿਉਂਕਿ ਬੜੀ ਤਰੀਕੇ ਦਾ ਉਹਨੇ ਵਿਅੰਗ ਵੀ ਐਸੇ ਕਰਨੇ ਜਿਹੜੇ ਕਿ ਸਰਕਾਰਾਂ ਦੇ ਉੱਤੇ ਹੀ ਸੀ ਜ਼ਿਆਦਾ। ਬਿਲਕੁਲ, ਤੇ ਉਹ ਚੀਜ਼ਾਂ ਸੱਚ ਹੁੰਦੀਆਂ ਵੀ ਕਿਤੇ ਨਾ ਕਿਤੇ ਦਿਖਾਈ ਦੇ ਰਹੀਆਂ ਨੇ।
ਤਾਂ ਇਹ ਦੌਰਾਨ ਵਿੱਚ ਹੁਣ ਇਹ ਆ, ਪਰ ਇਹ ਚੀਜ਼ਾਂ ਨੂੰ ਲੈ ਕੇ ਸਿਕਿਉਰਿਟੀਆਂ ਨੂੰ ਲੈ ਕੇ ਕੁਝ ਆਪਣੇ ਮਸਲੇ ਹੁੰਦੇ ਨੀਤਿਕਾ ਜੀ, ਜਿਹੜੇ ਕਿ ਸਰਕਾਰਾਂ ਦੇ ਅਨੁਸਾਰ ਉਹਨਾਂ ਨੂੰ ਇਹ ਚੀਜ਼ਾਂ ਨੂੰ ਕਰਨਾ ਪੈਂਦਾ। ਕਿਉਂਕਿ ਜੀ ਪਿੱਛੇ ਦੀ ਗੱਲ ਕਰ ਲਈ, ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਉਹਨਾਂ ਦੇ ਉੱਤੇ ਚੁੱਕੇ ਸਵਾਲਾਂ ਨੂੰ ਲੈ ਕੇ ਉਹਨਾਂ ਦੇ ਪਿਤਾ ਜੀ ਅੱਜ ਵੀ ਇਨਸਾਫ ਲਈ ਜਿਹੜੇ ਭਟਕ ਰਹੇ ਨੇ, ਠੀਕ ਹੈ ਜੀ, ਯਤਨਸ਼ੀਲ ਨੇ, ਤੇ ਉਹ ਹੁਣ ਜਿਹੜਾ ਚੱਲ ਰਿਹਾ ਆਪਣੇ ਲਈ ਉਹ ਇਨਸਾਫ ਮੰਗ ਰਹੇ ਨੇ, ਪਰ ਅਜੇ ਤੱਕ ਇਨਸਾਫ ਨਹੀਂ ਮਿਲ ਰਿਹਾ। ਬਹੁਤੀਆਂ ਚੀਜ਼ਾਂ ਦੇ ਵਿੱਚ ਕਦੀ ਇਹੋ ਜਿਹੇ ਮੁਕਾਮ ਆ ਜਾਂਦੇ ਨੇ ਕਿ ਜਿੱਥੇ ਇਹਨਾਂ ਲੋਕਾਂ ਦਾ ਆਮ ਤਰੀਕੇ ਨਾਲ ਨਿਕਲਣਾ ਵੀ ਜਿਹੜਾ ਉਹ ਮੁਸ਼ਕਲ ਹੋ ਜਾਂਦਾ, ਤੇ ਇਸ ਕਰਕੇ ਫਿਰ ਸਿਕਿਉਰਿਟੀਆਂ ਦੀ ਜ਼ਰੂਰਤ ਪੈ ਜਾਂਦੀ ਹੈ। ਤੇ ਪਿੱਛੇ ਜੇ ਕਿਉਂਕਿ ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਉਹ ਚੀਜ਼ਾਂ, ਤੇ ਗੈਂਗਸਟਰਾਂ ਦੀ ਜਿਹੜੀ ਪੰਜਾਬ ਦੇ ਵਿੱਚ ਗੱਲ ਕਰਦੇ ਆ ਉਹਨੂੰ ਲਾ ਕੇ ਚੱਲ ਪੋ, ਤਾਂ ਕਿਤੇ ਨਾ ਕਿਤੇ ਸਿਕਿਉਰਿਟੀ ਜਿਹੜੀ ਆ ਫਿਰ ਉਹ ਜਿਹੜੀ ਜ਼ਰੂਰੀ ਹੋ ਜਾਂਦੀ ਹੈ, ਤਾਂ ਸਿਕਿਉਰਿਟੀ ਉਹਨਾਂ ਨੂੰ ਦੇਣੀ ਪੈਂਦੀ ਆ। ਪਰ ਹਾਂ, ਲੋੜ ਤੋਂ ਵੱਧ ਸਿਕਿਉਰਿਟੀ ਉਹ ਸਵਾਲੀਆ ਚਿੰਨ੍ਹ ਬਣਦਾ ਕਿ ਜਿਨ੍ਹਾਂ ਨੂੰ ਦੇਖੋ ਜੇ ਹਾਂ ਉਹਨਾਂ ਹਸਤੀਆਂ ਲਈ ਵੀ ਫਿਰ ਉਹ ਬਰਾਬਰ ਦੀ ਜ਼ਰੂਰੀ ਹੈ ਜਿਹੜੇ ਲੋਕ ਤੁਹਾਡੇ ਵਰਗੇ ਹੀ ਨੇ। ਜੀ ਬਿਲਕੁਲ, ਉਹਨਾਂ ਨੇ ਫਿਰ ਜਿਵੇਂ ਸਿੱਧੂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ, ਨਵਜੋਤ ਸਿੰਘ ਸਿੱਧੂ ਨੇ ਜਦੋਂ ਸਿਕਿਉਰਿਟੀ ਹੱਦੀ ਉਦੋਂ ਹੀ ਕਤਲ ਉਹਦਾ ਹੋ ਜਾਂਦਾ ਹੈ। ਜੀ ਬਿਲਕੁਲ, ਉਹ ਸਿਕਿਉਰਿਟੀ ਲੀਕ ਹੋਈ ਆ, ਉਹ ਤਾਂ ਬਿਲਕੁਲ ਸਰਖਰਾਬ ਸਿੱਧੂ ਮੂਸੇਵਾਲੇ ਦੇ ਪਿਤਾ ਕਹਿੰਦੇ ਨੇ ਕਿ ਮੈਂ ਉਹਨਾਂ ਤੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਮੈਨੂੰ ਸਿਰਫ ਇਹ ਕਰ ਦਿਓ ਜਿਹਨੇ ਸਿਕਿਉਰਿਟੀ ਲੀਕ ਕੀਤੀ ਉਹ ਸਾਹਮਣੇ ਉਹਦਾ ਨਾਮ ਦੱਸ ਦਿਓ, ਉੱਥੇ ਲਾ ਕੇ ਉੱਥੇ ਗੱਲ ਹੈ ਕਿਤੇ ਉਹਦੇ ਨਾਲ ਉਹ ਆ ਕੇ ਉੱਥੇ ਜਾਮਲੇ ਖੜ ਕੇ ਗੱਲ ਕਹਿ ਦੇ ਤਾਂ ਮੈਂ ਆਪਣਾ ਅੰਦੋਲਨ ਵਾਪਸ ਕਰਦਾ। ਜੀ ਉਹਨਾਂ ਤਾਂ ਇਹ ਵੀ ਗੱਲ ਕਿ ਮੈਂ ਘਰੇ ਬਹਿ ਜੂ ਮੁੰਡੀ। ਤਾਂ ਹੁਣ ਇਸ ਤੋਂ ਬਾਅਦ ਕੀ ਰਹਿ ਜਾਂਦਾ ਪੰਜਾਬ ਸਰਕਾਰ ਤੇ ਸਿਕਿਉਰਿਟੀਆਂ ਦੇ ਲੈ ਕੇ ਮੁੱਦੇ 'ਚ ਪੰਜਾਬ ਸਰਕਾਰ ਨੇ ਇੱਥੇ ਸੋਚਣ ਦੀ ਗੱਲ ਹੈ, ਤੇ ਸਿਕਿਉਰਿਟੀਆਂ ਜਿਹੜੀਆਂ ਨੇ ਬਹੁਤ ਚੀਜ਼ਾਂ ਦੇ ਉੱਤਰ ਹੁੰਦੀਆਂ ਨੇ, ਪਰ ਹੁਣ ਆਮ ਆਦਮੀ ਵਾਂਗ ਵਿਚਰਨ ਦੀ ਗੱਲ ਤਾਂ ਆਮ ਆਦਮੀ ਵਾਂਗ ਵਿਚਰਨ ਦੀ ਗੱਲ ਵੀ ਕਰਨੀ ਚਾਹੀਦੀ ਹੈ। ਜਦ ਕਿ VIP ਕਲਚਰ ਖਤਮ ਦੀ ਗੱਲ ਕਰਨ ਦੀ ਗੱਲ ਕੀਤੀ ਸੀ, ਤਾਂ ਉਸ ਕਲਚਰ ਨੂੰ ਖਤਮ ਕਰਨ ਦੀ ਗੱਲ ਕਿਤੇ ਨਾ ਕਿਤੇ ਕਰਨੀ ਚਾਹੀਦੀ ਹੈ। ਬੇਸ਼ੱਕ ਲਾਲ ਬੱਤੀਆਂ ਜ਼ਰੂਰ ਖਤਮ ਹੋਈਆਂ, ਪਰ ਆਮ ਜਿਹੜੇ ਲੋਕਾਂ ਦੀ ਸਿਕਿਉਰਿਟੀ ਹੈ ਉਹ ਜ਼ਿਆਦਾ ਜਿਹੜੀ ਆ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪਰ ਇਹਦੇ 'ਚ ਨੀਤਿਕਾ ਜੀ ਇੱਥੇ ਵੀ ਗੱਲ ਖਤਮ ਹੈ ਕਿ ਕੱਲੀ ਇਹਨਾਂ ਦੇ ਨਾਲ ਨਹੀਂ ਖੜੀ ਸਿਕਿਉਰਿਟੀ, ਜਿਹੜੇ ਕਿ ਪੁਰਾਣੇ ਮੰਤਰੀ ਸੀ ਨਾ ਉਹ ਸਾਰੇ, ਉਹਨਾਂ ਨੂੰ ਸਾਰਿਆਂ ਨੇ ਪ੍ਰੋਟੈਸਟ ਕਰਤਾ ਵੀ ਸਾਡੀ ਸਿਕਿਉਰਿਟੀ ਵਾਪਸ ਕਿਉਂ ਲਈ ਗਈ ਹੈ, ਕਿਉਂਕਿ ਉਹਨਾਂ ਨੂੰ ਜ਼ਿਆਦਾ ਡਰ ਸੀ ਉਹਨਾਂ ਚੀਜ਼ਾਂ ਤੇ। ਹੁਣ ਕਿਤੇ ਨਾ ਕਿਤੇ ਉਹ ਚੀਜ਼ਾਂ ਚੱਲਦੇ ਗੈਂਗਸਟਰਾਂ ਨੂੰ ਦੇਖਦੇ ਹੋਏ ਦੇਖਦੇ ਇਹਨਾਂ ਦੀ ਸਿਕਿਉਰਿਟੀ ਜਿਹੜੀ ਆ ਉੱਥੇ ਸਰਕਾਰ ਨੂੰ ਜਾਂ ਪੁਲਿਸ ਨੂੰ ਉਹਦੇ ਉੱਤੇ ਸੋਚਣਾ ਪੈਂਦਾ। ਜੇਕਰ ਇਹਨਾਂ ਨੂੰ ਕੁਝ ਵੀ ਕਿਸੇ ਤਰੀਕੇ ਨਾਲ ਕੋਈ ਵੀ ਹਾਨੀ ਪਹੁੰਚਦੀ ਹੈ ਤਾਂ ਉੱਥੇ ਪੁਲਿਸ ਜ਼ਿੰਮੇਵਾਰ ਹੋ ਜਾਂਦੀ ਹੈ। ਇਸ ਕਰਕੇ ਉਹ ਚੀਜ਼ਾਂ ਸਿਕਿਉਰਿਟੀਆਂ ਦਾ ਜਿਹੜਾ ਰਾਬਤਾ ਰੱਖਣਾ ਪੈਂਦਾ ਤੇ ਉਸ ਚੀਜ਼ ਨੂੰ ਦੇਖਣਾ ਪੈਂਦਾ। ਜੀ ਸੋ ਇਹ ਸੀ ਸਾਡੇ ਨਾਲ ਕਮਲਪਾਲ ਸਿੰਘ ਜੀ, ਮੇਰੇ ਸਹਿਯੋਗੀ, ਜੋ ਅਕਸਰ ਗੱਲਬਾਤ ਕਰਦੇ ਨੇ, ਚਰਚਾਵਾਂ ਕਰਦੇ ਨੇ, ਕੁਝ ਅਹਿਮ ਭਖਦੇ ਹੋਏ ਮੁੱਦਿਆਂ ਤੇ ਜੋ ਲਾਈਮਲਾਈਟ ਦੇ ਵਿੱਚ ਆਉਂਦੇ ਨੇ, ਸਾਡੇ ਤੱਕ ਪਹੁੰਚਦੇ ਤੇ ਅਸੀਂ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਦੇ ਕਰਦੇ ਹਾਂ। ਗੱਲਬਾਤ ਅੱਜ ਹੋਈ ਸੀ ਬੇਅਦਬੀਆਂ ਦੇ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਉਸ ਵਰਤਾਰੇ ਦੀ, ਮੰਦਭਾਗਾ ਵਰਤਾਰਾ ਜਿਹੜਾ ਜਿਸ ਨੂੰ ਗੰਭੀਰਤਾ ਨਾਲ ਨਹੀਂ ਦੇਖਿਆ ਜਾ ਰਿਹਾ। ਗੱਲ ਹੋਈ ਸੀ ਜ਼ਿਮਨੀ ਚੋਣਾਂ ਦੀ। ਸੋ ਅਕਸਰ ਅਸੀਂ ਗੱਲਬਾਤ ਇਸ ਤੇ ਕਰਦੇ ਰਹਿੰਦੇ ਹਾਂ ਭਖਦੇ ਹੋਏ ਮੁੱਦਿਆਂ ਤੇ। ਅਗਲੀ ਵਾਰ ਫਿਰ ਲੈ ਕੇ ਹਾਜ਼ਰ ਹੋਵਾਂਗੇ ਇੱਕ ਖਾਸ ਡਿਸਕਸ਼ਨ ਅੱਜ ਦੇ ਵਿਚਾਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।